ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਆ ਜਿਹੜੀ ਪਿਛਲੇ ਦਿਨਾਂ ਤੋਂ ਕੁਝ ਕੁ ਦਿਨਾਂ ਤੋਂ ਗੱਲਬਾਤ ਚੱਲ ਰਹੀ ਆ। ਜਿਹੜੇ ਸੁਧੀਰ ਸੂਰੀ ਨੇ ਸ਼ਿਵ ਸੈਨਾ ਵਾਲੇ ਨੇ ਜੋ ਧੀਆਂ ਭੈਣਾਂ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤੀ ਆ, ਜਿਹੜੀ ਕਿ ਉਹ ਆਪਾਂ ਇੱਥੇ ਗੱਲ ਕਰ ਨਹੀਂ ਸਕਦੇ, ਇੰਨੀ ਮਾੜੀ ਸ਼ਬਦਾਵਲੀ ਉਹਨੇ ਵਰਤੀ ਆ। ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਵੀ ਸਾਡੇ ਇੱਕ ਜਿਹੜੇ ਪੰਜਾਬ ਦੇ ਬਾਕੀ ਜਿੰਨੇ ਵੀ ਹਿੰਦੂ ਆ ਜਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਾਂ ਪੰਜਾਬ ਦੇ ਵਿੱਚ ਰਹਿੰਦੇ ਆ, ਉਹਨਾਂ ਦਾ ਇਹਦੇ ਬਾਰੇ ਕੀ ਵਿਚਾਰ ਵਾ। ਤੇ ਸਾਡੇ ਨਾਲ ਜੇ ਕੈਲੀਫੋਰਨੀਆ ਦੀ ਧਰਤੀ ਤੋਂ ਹੀ ਸਾਡੇ ਇੱਕ ਹਿੰਦੂ ਵੀਰ ਹੀ ਆ, ਮਨਦੀਪ ਰਾਜ ਸ਼ਰਮਾ ਜੀ, ਤੇ ਉਹ ਸਾਡੇ ਨਾਲ ਇਸ ਦੇ ਵਿੱਚ ਮਹਿਮਾਨ ਹੋਣਗੇ ਤੇ ਉਹਨਾਂ ਦੇ ਆਪਾਂ ਵਿਚਾਰ ਜਾਣਨੇ ਆ ਵੀ ਜੋ ਇਹ ਸੁਧੀਰ ਸੂਰੀ ਨੇ ਇਹ ਸਿੱਖਾਂ ਦੀਆਂ ਧੀਆਂ ਭੈਣਾਂ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤੀ ਆ। ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਧੀਆਂ ਭੈਣਾਂ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਆ, ਪਰ ਉਹ ਕਿਉਂ ਕਰ ਰਿਹਾ ਆ ਇਸ ਤਰ੍ਹਾਂ। ਸਿੱਖਾਂ ਦੇ ਬਾਰੇ ਪਹਿਲਾਂ ਵੀ ਉਹਨੇ ਬਹੁਤ ਵੀਡੀਓ ਬਣਾ ਕੇ ਕਦੇ ਕਹਿੰਦਾ 2% ਨੂੰ ਰਗੜ ਦੇਣਾ ਚਾਹੀਦਾ ਆ, ਤੇ ਕਿਸੇ ਟਾਈਮ ਵੀ ਤੁਸੀਂ ਜਿੰਨੇ ਵੀ ਪੰਜਾਬ ਦੇ ਹਿੰਦੂ ਆ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਵਧੀਆ ਮੋਬਾਈਲ ਨਾ ਲਓ, ਵਧੀਆ ਮੋਟਰਸਾਈਕਲ ਨਾ ਲਓ, ਟੀਵੀ ਨਾ ਲਓ, ਤੁਹਾਨੂੰ ਪਸਤੌਲ ਰੱਖਣੇ ਚਾਹੀਦੇ ਆ। ਤੇ ਆਪਾਂ ਜਾਣਨਾ ਚਾਹੁੰਦੇ ਆ ਵੀ ਸਾਡੇ ਜਿਹੜੇ ਵੀਰ ਆ ਮਨਦੀਪ ਰਾਜ ਸ਼ਰਮਾ ਜੀ, ਤੇ ਇਹਨਾਂ ਦੇ ਕੀ ਵਿਚਾਰ ਵਾ ਜੋ ਇਹ ਸੂਰੀ ਨੇ ਕਿਹਾ ਆ। ਤੇ ਜੋ ਕਿਉਂਕਿ ਹੁਣ ਇਕੱਲੇ ਪੰਜਾਬ ਦੇ ਬਾਹਰ ਸਿੱਖ ਹੀ ਨਹੀਂ ਹੈਗੇ, ਪੰਜਾਬ ਦੇ ਹਿੰਦੂ ਵੀ ਬਾਹਰ ਹੈਗੇ ਆ, ਮੁਸਲਮਾਨ ਵੀ ਬਾਹਰ ਹੈਗੇ ਆ, ਈਸਾਈ ਵੀ ਬਾਹਰ ਹੈਗੇ ਆ, ਤੇ ਪਰ ਉਹਨੇ ਟਾਰਗੇਟ ਇਕੱਲਾ ਸਿੱਖਾਂ ਨੂੰ ਹੀ ਕੀਤਾ। ਕਿਉਂ ਕੀਤਾ ਹੈ ਤੇ ਆਪਾਂ ਇਹਨਾਂ ਤੋਂ ਜਾਣਨਾ ਚਾਹੁੰਦੇ ਵੀ ਇਹਨਾਂ ਦਾ ਕੀ ਵਿਚਾਰ ਹੈ ਇਹਦੇ ਬਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸਮੁੱਚੇ ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸਾਰੇ ਮੇਰੇ ਵੀਰ ਭਾਈ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਰਦਾਰ ਜਸਵੀਰ ਸਿੰਘ ਜੀ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ। ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰ ਲਈਏ ਧਰਮ ਦੀ, ਧਰਮ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਧੀਆਂ ਭੈਣਾਂ ਬਿਲਕੁਲ ਸਭ ਦੀਆਂ ਸਾਂਝੀਆਂ ਹੈ ਤੇ ਸਾਨੂੰ ਸਦਾ ਹੀ ਸਮਝਣੀਆਂ ਵੀ ਚਾਹੀਦੀਆਂ। ਤੇ ਜੀ ਜਿੱਥੇ ਇੱਕੋ ਹੀ ਜ਼ਬਾਨ ਆ ਤੇ ਇੱਕ ਤਰ੍ਹਾਂ ਦੇ ਇਨਸਾਨ ਆ, ਇੱਕ ਹੀ ਧਰਤੀ, ਇੱਕ ਹੀ ਸੂਬੇ ਨੂੰ ਅਸੀਂ ਸਾਰੇ ਬਿਲੋਂਗ ਕਰਦੇ ਆ। ਤੇ ਜੀ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਤੇ ਮੈਂ ਨਹੀਂ ਚਾਹੁੰਦਾ ਕਿ ਇਸ ਗੱਲ ਕਹਿਣ ਦੇ ਨਾਲ ਇੱਕ ਮੈਂ ਵੀ ਹਿੰਦੂ ਹੋਣ ਦੇ ਨਾਤੇ ਸਾਰੇ ਹਿੰਦੂਆਂ ਦੇ ਉੱਤੇ ਸੇਮ ਤਰ੍ਹਾਂ ਦਾ ਧੱਬਾ ਲੱਗ ਜਾਏ ਕਿ ਉਹਦੇ ਵਿੱਚ ਸਹਿਮਤੀ ਆ। ਕਿਉਂਕਿ ਰੋਜੀ ਰੋਟੀ ਕਮਾਉਣੀ ਕਰਨੀ, ਬਾਹਰ ਕਿਸੇ ਤਰ੍ਹਾਂ ਵੀ ਆਉਣਾ, ਬਹੁਤ ਹਰੇਕ ਅੱਜ ਤੁਸੀਂ ਜਾ ਕੇ ਦੇਖੋ ਕਿ ਹਰੇਕ ਘਰ ਦਾ ਸੁਪਨਾ ਆ ਕਿ ਸਾਡਾ ਬੱਚਾ ਜਿਹੜਾ ਆ ਉਹ ਇੰਡੀਆ ਤੋਂ ਬਾਹਰ ਚਲਾ ਜਾਏ। ਸਾਰੀਆਂ ਜੀ ਪ੍ਰੋਬਲਮਾਂ ਆ ਰਹੀਆਂ। ਜਦੋਂ ਕੋਈ ਵੀ ਕਿਸੇ ਵੀ ਧਰਮ ਦਾ ਕੋਈ ਵੀ ਪੱਖਵਾਦੀ ਜਾਂ ਉਹਦਾ ਜੋ ਵੀ ਸੰਚਾਲਕ ਨੂੰ ਚਲਾਉਣ ਵਾਲਾ ਇਹਦੇ ਬਾਰੇ ਗੱਲ ਕਰਦਾ ਆ, ਜਦੋਂ ਅਸੀਂ ਧਰਮਾਂ ਨੂੰ ਵਿੱਚ ਲੈ ਆਉਨੇ ਆ ਤੇ ਉਹ ਇਨਸਾਨੀਅਤ ਨਹੀਂ, ਮੈਂ ਤਾਂ ਇਹ ਕਹੂੰਗਾ ਉਹ ਇਨਸਾਨੀਅਤ ਨਹੀਂ। ਜੀ ਉਹਦੇ ਨਾਲ ਆਪਾਂ ਨੂੰ ਜੇ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਰਾਜਨੀਤੀ ਪੱਖੀ ਤੇ ਉੱਤੇ ਗੱਲ ਕਰਨੀ ਚਾਹੇ, ਉਹਨੂੰ ਉੱਥੇ ਰੱਖਣੀ ਚਾਹੀਦੀ। ਕਦੇ ਵੀ ਕਿਸੇ ਨੂੰ ਵੀ ਦੁੱਖ ਦੇਣ ਦੇ ਹੱਕ ਦੇ ਵਿੱਚ ਨਾ ਕਦੇ ਕੋਈ ਵੀ ਧਰਮ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਕਿਸੇ ਦੇ ਧਰਮ ਤੇ ਅਟੈਕ ਕਰਕੇ ਉਸ ਧਰਮ ਨੂੰ ਕਿ ਹੋਰ ਅੱਗੇ ਤੋਂ ਹਟ ਕੀਤਾ ਜਾਵੇ। 2% ਆ ਚਾਹੇ 1% ਆ, ਕੋਈ ਵੀ ਆ ਗੱਲ, ਹਰੇਕ ਤਰ੍ਹਾਂ ਦਾ ਉਹ ਸਾਨੂੰ ਧਰਮ ਦੀ ਨਿੰਦਿਆ ਕਰਨ ਦੀ ਬਜਾਏ ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ। 2% ਹੋ ਕੇ ਵੀ ਸਾਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਮਨਵਾਉਣ ਵਾਲੇ, ਜਦ ਕਿ ਅਮਰੀਕਾ ਦੀ ਗਵਰਨਮੈਂਟ ਨੇ ਵੀ ਇਹ ਸਾਬਿਤ ਕਰ ਦਿੱਤਾ ਕਿ ਜਦੋਂ ਪ੍ਰੋਬਲਮ ਆਈਆਂ ਤੇ ਇੱਕ ਸਿੱਖ ਧਰਮ ਐਸਾ ਹੈ ਜਿਨ੍ਹਾਂ ਦੇ ਗੁਰਦੁਆਰੇ ਗੁਰੂ ਘਰਾਂ ਦੇ ਵਿੱਚੋਂ ਲੰਗਰ ਦਾ ਵਰਤਾਓ ਹੁੰਦਾ। ਬਹੁਤ ਸਾਰੇ ਸਾਡੇ ਸਿੱਖ ਵੀਰ ਆ, ਬਹੁਤ ਸੰਸਥਾਵਾਂ ਆ ਜਿਨ੍ਹਾਂ ਨੇ ਬਾਰਡਰਾਂ ਤੇ ਐਸੇ ਤੇ ਬਾਰਡਰਾਂ ਤੇ ਜਾ ਕੇ ਵੀ ਕੀਤਾ। ਤੇ ਸਾਨੂੰ ਕੋਈ ਹੱਕ ਨਹੀਂ ਇਸ ਗੱਲ ਦੇ ਵੀ ਕਿਸੇ ਪਾਸੇ ਕਿ ਧੀਆਂ ਭੈਣਾਂ ਬਾਰੇ ਕਹਿਣਾ ਜਾਂ ਬਾਹਰ ਰਹਿੰਦੇ NRI ਵੀਰ ਭੈਣਾਂ ਭਰਾਵਾਂ ਮਾਤਾਵਾਂ ਨੂੰ ਕਹਿਣਾ, ਕਿਉਂਕਿ ਜਦੋਂ ਬਾਹਰ ਆ ਜਾਂਦੇ ਆ ਧਰਮ ਉੱਥੇ ਰਹਿ ਜਾਂਦਾ ਆ। ਸਭ ਅਸੀਂ ਇੱਕ ਹੋ ਕੇ ਇੱਕ ਛੱਤ ਥੱਲੇ ਰਹਿੰਦੇ ਆ ਤੇ ਸਖਤ ਮਿਹਨਤ ਕਰਦੇ ਆ।
ਜੀ। ਤੇ ਵੀਰ ਜੀ ਇੱਥੇ ਗੱਲ ਹੈਗੀ ਆ ਵੀ ਇਹ ਜਿਹੜਾ ਸੂਰੀ ਆ ਇਹ ਅੱਜ ਹੀ ਨਹੀਂ ਬੋਲਿਆ, ਅੱਗੇ ਵੀ ਕਈ ਵਾਰੀ ਇਹ ਇਦਾਂ ਦਾ ਹੀ ਜਦ ਵੀ ਕਹਿ ਲਓ ਵੀ ਬੋਲਦਾ ਤੇ ਜਿੱਦਾਂ ਕਹਿ ਲਓ ਵੀ ਜ਼ਹਿਰ ਹੀ ਉਗਲਦਾ ਕਹਿ ਲਓ ਨਾ। ਤੇ ਇਹਨੇ ਅੱਗੇ ਵੀ ਇਸ ਤੋਂ ਪਹਿਲਾਂ ਵੀ ਵੀਡੀਓ ਦੀ ਆਈ ਸੀਗੀ ਬਈ ਜਿਹੜੇ 2% ਆ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ, ਜਿੰਨੇ ਪੰਜਾਬ ਦੇ ਵਿੱਚ ਕਹਿੰਦਾ ਹਿੰਦੂ ਆ ਉਹਨਾਂ ਨੂੰ ਵਧੀਆ ਮੋਬਾਈਲ ਨਹੀਂ ਲੈਣੇ ਚਾਹੀਦੇ ਜਾਂ ਮੋਟਰਸਾਈਕਲ ਕਾਰਾਂ ਨਹੀਂ ਲੈਣੀ ਚਾਹੀਦੀਆਂ, ਟੀਵੀ ਨਹੀਂ ਲੈਣੇ ਚਾਹੀਦੇ, ਉਹਨਾਂ ਨੂੰ ਵਧੀਆ ਹਥਿਆਰ ਲੈਣੇ ਚਾਹੀਦੇ ਆ ਤਾਂ ਕਿਉਂਕਿ ਜਿਹੜੇ 2% ਸਿੱਖ ਆ ਉਹਨਾਂ ਨੂੰ ਕੁਚਲਣਾ ਬੜਾ ਸੌਖਾ ਹੈ। ਇਹ ਜਿਹੜਾ ਹਰਦਮ ਇੱਦੇ ਬੋਲਦਾ ਤੇ ਉਲਟਾ ਇਹਨੂੰ ਉਹਦੇ ਬੋਲਣ ਦੇ ਉਪਰੰਤ ਉਹਨੂੰ ਸਿਕਿਉਰਿਟੀ ਮਿਲਦੀ ਆ, ਇਹ ਕਿਹਦੀ ਸ਼ੈ ਤੇ ਬੋਲਦਾ ਆ ਜਾਂ ਜਿਹੜੇ ਪੰਜਾਬ ਦੇ ਬਾਕੀ ਦੇ ਹਿੰਦੂ ਕੀ ਸੋਚਦੇ ਆ ਜਦੋਂ ਏਦਾਂ ਬੋਲਦਾ ਜੀ? ਦੇਖੋ ਜਸਵੀਰ ਸਿੰਘ ਜੀ, ਜਿੱਥੇ ਤੱਕ ਬਾਕੀ ਹਿੰਦੂ, ਜਿੱਥੇ ਤੱਕ ਮੇਰਾ ਵਾਸਤਾ ਪੈਂਦਾ ਆ, ਮੇਰਾ ਦਾਇਰਾ ਆ, ਪੂਰੇ ਵਰਲਡ ਵਿੱਚ ਇੱਕ ਦੂਸਰੇ ਨੂੰ ਜਾਣਦੇ ਹੁੰਦੇ, ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਹਰੇਕ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਰਹਿੰਦੇ ਆ। ਤੇ ਅੱਜ ਤੱਕ ਜੋ ਮੇਰੀ ਰੇਂਜ ਦੇ ਵਿੱਚ ਆ, ਮੇਰੇ ਕੋਈ ਰਿਸ਼ਤੇਦਾਰ ਲਾ ਲਓ, ਕੋਈ ਦੋਸਤ ਮਿੱਤਰ ਲਾ ਲਓ, ਜਾਂ ਕੋਈ ਕਦੇ ਇੱਕ ਦੋ ਵਾਰੀ ਪਹਿਚਾਣ ਹੋਈ ਬੋਲਣ ਵਾਲੇ ਹਿੰਦੂ ਵੀਰ ਜਾਂ ਭੈਣਾਂ ਵਾ, ਮਾਤਾਵਾਂ, ਬਜ਼ੁਰਗ ਆ, ਉਹਨਾਂ ਨੇ ਇਸ ਗੱਲ ਦੀ ਤਾਂ ਵਿਰੋਧਤਾ ਹੈ, ਇਸ ਗੱਲ ਦੀ ਤਾਂ ਵਿਰੋਧਤਾ ਹੋਣੀ ਵੀ ਚਾਹੀਦੀ ਹੈ ਕਿ ਕਿਸੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਦੇ ਵੀ ਬਾਰੇ ਕੋਈ ਗੱਲ ਕੀਤੀ ਜਾ, ਕਿਉਂਕਿ ਇਸ ਦੇ ਪਿੱਛੇ ਜੋ ਤੁਸੀਂ ਪੁੱਛਿਆ ਆ ਇਹ ਜ਼ਰੂਰ ਰਾਜਸੀ ਸਕਦਾ, ਰਾਜਨੀਤੀ ਆ, ਤੇ ਨਹੀਂ ਤਾਂ ਆਪਣਾ ਨੂੰ ਕਿੱਥੇ ਕਿਸੇ ਵੀ ਆਪਾਂ ਲੈ ਲਈਏ ਸਾਡੇ ਜੋ ਵੀ ਧਰਮਾਂ ਦੇ ਵਿੱਚ, ਚਾਹੇ ਰਮਾਇਣ ਆ ਜਾਂ ਕੁਛ ਵੀ, ਆਪਾਂ ਗੁਰੂ ਗ੍ਰੰਥ ਸਾਹਿਬ ਲੈ ਲੈਂਦੇ ਆ, ਜਾਂ ਆਪਾਂ ਕ੍ਰਿਸਚੀਅਨ ਦਾ ਬਾਈਬਲ ਲੈ ਲੈਂਦੇ ਆ, ਜਾਂ ਆਪਣੇ ਮੁਸਲਮਾਨ ਵੀਰਾਂ ਦੇ ਉਹਨਾਂ ਦੇ ਜੋ ਵੀ ਹੈਗਾ ਆਪਾਂ ਪੜ੍ਹਦੇ ਆ, ਉਹਨਾਂ ਦੇ ਧਰਮ ਦੇ ਵਿੱਚ ਕਿਸੇ 'ਚ ਨਹੀਂ ਲਿਖਿਆ ਗਿਆ ਕਿ ਧਰਮ ਦੇ ਖਿਲਾਫ ਬੋਲ ਕੇ ਤੁਸੀਂ ਜੰਗ ਜਿੱਤੋ। ਹਰੇਕ ਧਰਮ, ਹਰੇਕ ਬੰਦੇ ਨੂੰ ਇੱਕ ਦੂਸਰੇ ਦੇ ਲਈ ਖੜਨਾ ਚਾਹੀਦਾ ਹੈ ਕਿਸੇ ਵੀ ਮੁਸ਼ਕਲ ਦੇ ਉੱਤੇ, ਤੇ ਅੱਗ ਨੂੰ ਭੜਕਾਉਣਾ ਨਹੀਂ ਚਾਹੀਦਾ। ਬਾਕੀ ਬੱਚੇ ਬਹੁਤ ਪੜ੍ਹ ਲਿਖ ਗਏ ਆ, ਇਹਨਾਂ ਗੱਲਾਂ ਦਾ ਮਤਲਬ ਨਹੀਂ ਬਣਦਾ, ਪਰ ਸੁਣ ਕੇ ਦੁੱਖ ਹੁੰਦਾ ਆ ਕਿ ਇੱਕ ਬੰਦਾ ਕਹਿ ਦਿੰਦਾ ਜੀ ਸਾਰਿਆਂ ਨੂੰ ਸਾਨੂੰ ਝੱਲਣਾ ਪੈਂਦਾ। ਮੈਂ ਤੁਹਾਨੂੰ ਖੁਦ ਕਹਿਣਾ ਆ, ਮੇਰੇ ਦੋਸਤ ਤੇ ਮਿੱਤਰ ਦੇ ਵਿੱਚ ਸਰਦਾਰ ਬੰਦੇ ਆ, ਜਦੋਂ ਉਹ ਸੋਚਦੇ ਆ ਤੇ ਉਹਨਾਂ ਦਾ ਖਿਆਲ ਤਾਂ ਇਹ ਆ ਜਾਂਦਾ ਨਾ ਕਿ ਇਹ ਵੀ ਹਿੰਦੂ ਆ, ਇਹ ਵੀ ਇਦਾਂ ਹੀ ਸੋਚਦਾ ਆ, ਤੇ ਉਸ ਵੇਲੇ ਬਹੁਤ ਸ਼ਰਮ ਨਾਲ ਸਿਰ ਝੁਕਦਾ ਕਈ ਵਾਰੀ ਇਹਨਾਂ ਗੱਲਾਂ ਤੇ। ਮੈਂ ਤੁਹਾਨੂੰ ਵੱਡੀ ਦੀ ਛੋਟੀ ਗੱਲ ਕਰ ਦਿੰਦਾ ਕਿ ਸਿਰ ਝੁਕਦਾ, ਯਾਰ ਇੱਕ ਬੰਦੇ ਦਾ ਕਿਹਾ ਹੋਇਆ ਸਾਨੂੰ ਸਾਰਿਆਂ ਨੂੰ ਹਰਜਾਨਾ ਕਿਉਂ ਭੁਗਤਣਾ ਪੈਂਦਾ। ਤੇ ਇਹਦੇ ਲਈ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਗੁਜ਼ਾਰਿਸ਼ ਕਰਾਂਗਾ ਕਿ ਹਰੇਕ ਤਰ੍ਹਾਂ ਨੂੰ ਕਿ ਸਾਨੂੰ ਇਹਨਾਂ ਨੂੰ ਕਹਿ ਕੇ ਕਹਿਣਾ ਚਾਹੀਦਾ ਕਿ ਤੁਸੀਂ ਆਪ ਬੰਦ ਕਰੋ। ਜਿਨ੍ਹਾਂ ਤੱਕ ਸੁਨੇਹਾ ਪਹੁੰਚਦਾ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਤਾਂ ਬੈਠੇ ਗੱਲ ਕਰ ਦਿੰਦੇ ਆ ਤੇ ਭੁਗਤਣੀ ਅੱਗੇ ਪੈ ਜਾਂਦੀ ਆ। ਇਹਦੇ ਪਿੱਛੇ ਤੁਹਾਡੇ ਕੋਲ ਜੀ ਸਿਕਿਉਰਿਟੀਆਂ ਹੈਗੀਆਂ, ਬਾਕੀ ਸਿਕਿਉਰਿਟੀਆਂ ਤੇ ਹੈ ਨਹੀਂ ਨਾ। ਜੀ ਤੇ ਜੇ ਰਲ ਮਿਲ ਕੇ ਕੋਈ ਭਾਈਚਾਰਾ ਰਹਿੰਦਾ ਆ ਤੇ ਉਹਦੇ ਵਿੱਚ ਫੁੱਟ ਨਾ ਪਾਓ, ਕਿਉਂਕਿ ਜਦੋਂ ਅਸੀਂ ਕਿਤੇ ਵੀ ਆ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੁੰਦਾ ਕਿ ਇਹ ਹਿੰਦੂ ਆ ਜਾਂ ਸਿੱਖ ਆ। ਜਦੋਂ ਇਦਾਂ ਦੀਆਂ ਗੱਲਾਂ ਸੁਣੀਆਂ ਫਿਰ ਜ਼ਰੂਰ ਮਨ ਚ ਆਉਂਦਾ ਵੀ ਕਿ ਨਾ, ਦਾ ਧਰਮਾਂ ਦੇ ਵਿੱਚ ਇੰਨਾ ਫਾੜ ਵਾ, ਤੇ ਆਪਣੇ ਤੇ ਉਹ ਫਾੜ ਪਾਉਣ ਵਾਲੇ ਇੱਕ ਦੋ ਬੰਦੇ ਹੁੰਦੇ ਆ। ਜਦੋਂ ਉਹਨਾਂ ਨੂੰ ਕੋਈ ਪਿੱਛੋਂ ਵੱਡੀ ਤਾਕਤ ਦਾ ਸਹਾਰਾ ਮਿਲਦਾ ਆ ਤੇ ਡੈਫੀਨੇਟਲੀ ਉਹਨਾਂ ਦੀ ਗੱਲ ਬੜੀ ਦੂਰ ਤੱਕ ਪਹੁੰਚਾਈ ਜਾਂਦੀ ਆ। ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਬੂਸਟ ਕਰਕੇ ਗੱਲ ਨੂੰ ਬੜੀ ਤਰ੍ਹਾਂ ਭੜਕਾਇਆ ਜਾਂਦਾ, ਪਰ ਇਹਨਾਂ ਦੀ ਕਹੀ ਹੋਈ ਗੱਲ ਤੇ ਕਿੱਥੇ ਕਿੱਥੇ ਜਾ ਕੇ ਇਸ ਖਰਾਬ ਕਰਦੀ ਆ, ਇਹ ਇਹਨਾਂ ਨੂੰ ਪਤਾ ਹੀ ਨਹੀਂਗਾ। ਜੀ ਇਸ ਗੱਲ ਦੀ ਮੈਂ ਤੇ ਸਾਰੇ ਜਿੰਨੇ ਵੀ ਸਾਡੇ ਬੁੱਧੀਜੀਵੀ ਜਾਂ ਵੱਡੇ ਆ ਚਾਲਕ ਚਲਾਉਣ ਵਾਲੇ ਧਰਮ, ਉਹਨਾਂ ਨੂੰ ਵੀ ਕਹਿੰਦੇ ਕਿ ਇਹੋ ਜਿਹੇ ਬੰਦੇ ਦੇ ਨਾਲ ਇਹ ਰਾਬਤਾ ਬਣਾ ਕੇ ਕਿਸੇ ਤਰ੍ਹਾਂ ਉਹਨਾਂ ਨੂੰ ਇਹ ਕੀਤਾ ਜਾਏ ਕਿ ਤੁਸੀਂ ਆਪਣੀ ਜਿਹੜੀ ਭਾਸ਼ਾ ਆ ਉਹਨੂੰ ਬਦਲੋ, ਬੱਚਿਆਂ ਨੂੰ ਕੁਝ ਸਿਖਾਉਣ ਦੇ ਲਈ ਕੁਝ ਆਪਣਾ, ਜੇ ਤੁਹਾਡੇ ਕੋਲ ਚਲੋ ਸਿਕਿਉਰਿਟੀ ਆਇਆ ਜਾਂ ਤੁਹਾਡੇ ਕੋਲ ਕੋਈ ਏਦਾਂ ਦਾ ਪੈਸਾ ਕਾਫੀ ਆ ਜਿਹੜਾ ਕਿ ਤੁਹਾਨੂੰ ਅੱਗੇ ਵਧਣ ਦੇ ਵਿੱਚ ਬਿਕਾਜ਼ ਮਦਦ ਕਰਦਾ, ਇਹੋ ਜਿਹਾ ਕੁਝ ਸਾਡੇ ਆਪਣੇ ਬੱਚਿਆਂ ਨੂੰ ਇਦਾਂ ਦੀ ਸੋਧ ਦਿੱਤੀ ਜਾਵੇ ਕਿ ਧਰਮਾਂ ਦੇ ਵਿੱਚੋਂ ਕੱਢ ਕੇ। ਅੱਜ ਦੇਖੋ ਜੀ 21ਵੀਂ ਸਦੀ ਚੱਲ ਰਹੀ ਆ ਤੇ ਅਸੀਂ ਅਸੀਂ ਫਿਰ ਉਹੀ ਸੋਚਣ ਲੱਗ ਪਏ 20th ਸੈਂਚੁਰੀ ਤੋਂ ਨਿਕਲ ਕੇ ਬਾਅਦ ਵਿੱਚ ਫਿਰ ਵੀ ਉਹ ਪੁਰਾਣਾ ਸੋਚ ਕੇ ਉਹਨਾਂ ਨੂੰ ਭਰੀ ਜਾਂਦੇ ਆ। ਚਲੋ ਕਿਸੇ ਨੇ ਜਿਹੜੇ ਸਾਡਾ ਫਿਊਚਰ ਬੱਚੇ ਆ ਉਹਨਾਂ ਦੇ ਉੱਤੇ ਅਸਰ ਤਾਂ ਹੁੰਦਾ ਨਾ ਕਿਸੇ ਪਾਸੇ ਦਿਮਾਗ ਤੇ ਕੋਈ ਨਾ ਕੋਈ, ਤੇ ਜੀ ਉਹ ਉਹਨਾਂ ਦੇ ਉੱਤੇ ਕੀ ਅਸਰ, ਉਹਨਾਂ ਦੇ ਇਦਾਂ ਦਾ ਗਲਤ ਅਸਰ ਪਾਉਣ ਦੀ ਬਜਾਏ ਅਸੀਂ ਜੇ
ਧਰਮਾਂ ਦੇ ਬਦਲੇ ਕੋਈ ਚੰਗੇ ਭਰੀਏ ਜਿੰਨੇ ਜਿਹਦੇ ਕਾਰਨਾਮੇ ਸਾਡੇ ਬਹੁਤ ਵੱਡੀਆਂ ਪਿੱਛੇ ਸਾਡੀ ਹਿਸਟਰੀ ਆ। ਅਸੀਂ ਇੱਕ ਐਸੇ ਦੇਸ਼ ਨੂੰ ਬਿਲੋਂਗ ਕਰਦੇ ਆ ਜਿਹੜਾ ਕਿ ਬਹੁਤ ਵੱਡੀ ਹਿਸਟਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਆ ਤੇ ਇੱਕ ਦੂਏ ਦੀ ਮਦਦ ਕਰਕੇ ਨਿਕਲਿਆ ਜਾਂਦਾ। ਜੇ ਸਿੱਖ ਧਰਮ ਆ ਅੱਜ ਵੀ ਕਈ ਕੰਟਰੀਆਂ ਦੇ ਵਿੱਚ ਕਈ ਪਾਸੇ ਆ, ਸਾਡੇ ਇੰਡੀਆ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਸਿੱਖ ਟੈਕਸੀ ਡਰਾਈਵਰ ਤੋਂ ਮਿਲ ਕੇ ਜਦੋਂ ਕਈ ਵਾਰੀ ਕੱਲੀ ਧੀ ਭੈਣ ਕਿਤੇ ਹੁੰਦੀ ਆ ਤੇ ਉਹਦੇ ਮਨ ਦੇ ਵਿੱਚ ਮੈਂ ਖੁਦ ਸੁਣਿਆ ਇੰਨੀ ਖੁਸ਼ੀ ਦੀ ਲਹਿਰ ਆ ਜਾਂਦੀ ਆ ਕਿ ਮੈਨੂੰ ਇੱਕ ਸੱਚਾ ਇਨਸਾਨ ਤੇ ਜਿਹੜਾ ਸੇਫ ਸੁਰੱਖਿਅਤ ਬੰਦਾ ਉਹ ਮਿਲ ਗਿਆ, ਉਹ ਮੈਨੂੰ ਸਿਖਾਣੇ ਤੇ ਪਹੁੰਚਾ ਦੇਗਾ, ਚਾਹੇ ਉਹ ਰਾਤ ਦਾ ਵੇਲਾ ਕਿਸ ਤਰ੍ਹਾਂ ਉਹ ਕਿਸੇ ਵੀ ਪ੍ਰੋਬਲਮ ਚੋਂ ਕੱਢ ਲਊਗਾ। ਇਦਾਂ ਦੀ ਸਾਡੀ ਹਿਸਟਰੀ ਇੱਕ ਕ੍ਰੀਏਟ ਬਣਾਈ ਹੋਆ ਪਿੱਛੇ ਗੁਰੂਆਂ ਮਹਾਰਾਜ ਤੋਂ ਚੱਲੀ ਆ ਰਹੀ ਆ, 10ਵੇਂ ਪਾਤਸ਼ਾਹ ਤੋਂ ਵੀ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਤੇ ਉਹਨਾਂ ਤੋਂ ਅੱਗੇ ਆਣ ਕੇ ਅਸੀਂ ਇਹਨੂੰ ਚੰਗੇ ਸਿਖਾਵਾਂਗੇ ਤੇ ਚੰਗਾ ਹੀ ਅੱਗੇ ਪਾਵਾਂਗੇ, ਕਿਉਂਕਿ ਜਿਹੜੇ ਬੱਚੇ ਸਾਡਾ ਭਵਿੱਖ ਆ ਉਹੀ ਸਾਡਾ ਅੱਗੇ ਰਸਤਾ ਬਣਨੇ ਆ। ਉਹਨਾਂ ਦੇ ਰਸਤੇ ਦੇ ਵਿੱਚ ਕੰਢੇ ਨਾ ਖਿਲਾਰੀਏ, ਉਹਨਾਂ ਦੇ ਰਸਤੇ ਨੂੰ ਸਾਫ਼ ਰੱਖੀਏ। ਜੀ ਇੱਥੇ ਵੀਰ ਜੀ ਇੱਕ ਇੱਕ ਕੁਐਸਚਨ ਆ ਜਿਹੜਾ ਵੀ ਤੁਸੀਂ ਵੀ ਹੁਣ ਪੰਜਾਬ ਤੋਂ ਆਏ ਆ, ਆਪਾਂ ਵੀ ਪੰਜਾਬ ਤੋਂ ਆਏ ਆ, ਕੀ ਜਾਂ ਪੰਜਾਬ ਦੇ ਵਿੱਚ ਜਦੋਂ ਤੁਸੀਂ ਹੁਣ ਜੰਮੇ ਪਲੇ ਆ ਉੱਥੇ ਤੇ ਤੁਹਾਡੇ ਨਾਲ ਕਦੇ ਇਦਾਂ ਦਾ ਵਾਕਿਆ ਹੋਇਆ ਵੀ ਜਾਂ ਕਹਿ ਲਓ ਵੀ ਸਿੱਖਾਂ ਦੇ ਨਾਲ ਤੁਹਾਡੀ ਇਦਾਂ ਦੀ ਕੋਈ ਗੱਲਬਾਤ ਹੋਈ ਜਾਂ ਨਫ਼ਰਤ ਜਿੱਥੋਂ ਆਪਸ ਵਿੱਚ ਤੁਹਾਨੂੰ ਹਿੰਦੂਆਂ ਨੂੰ ਪੰਜਾਬ ਦੇ ਸਿੱਖ ਨਫ਼ਰਤ ਕਰਦੇ ਆ, ਜਾਂ ਜਿਹੜੇ ਬਾਹਰ ਆ ਕੇ ਜਿੱਦਾਂ ਹੁਣ ਆਪਣੇ ਇੱਥੇ ਸਿੱਖ ਤੇ ਹਿੰਦੂ ਭਾਈਚਾਰਾ ਇਕੱਠੇ ਰਹਿੰਦੇ ਆ, ਜਾਂ ਇਦਾਂ ਦਾ ਕੁਝ ਕਦੇ ਦੇਖਣ ਨੂੰ ਮਿਲਿਆ ਵੀ ਸਿੱਖ ਜਾਂ ਹਿੰਦੂਆਂ ਨੂੰ ਨਫ਼ਰਤ ਕਰਦੀ ਆ ਬਾਹਰ ਹਿੰਦੂ ਸਿੱਖਾਂ ਨੂੰ ਨਫ਼ਰਤ ਕਰਦੇ, ਤੁਹਾਨੂੰ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਕਦੇ? ਜੀ ਜਸਵੀਰ ਸਿੰਘ, ਤੁਹਾਨੂੰ ਆਪਣਾ ਪਰਸਨਲ ਜਿਹੜੀ ਮੇਰੀ ਲਾਈਫ ਦਾ ਸਫ਼ਰ ਆ, ਮੇਰੀ ਜ਼ਿੰਦਗੀ ਦਾ ਜਿੰਨਾ ਵੀ ਸਫ਼ਰ ਅੱਜ ਤੱਕ ਨਿਕਲਿਆ ਆ, ਜਦੋਂ ਅਸੀਂ ਆਪਣੇ ਦੇਸ਼ ਵਿੱਚ ਵੀ ਰਹਿੰਦੇ ਸੀਗੇ ਨਾ, ਉਦੋਂ ਇਕੱਠੇ ਧਰਮ ਹੋ ਗਏ, ਸਕੂਲਾਂ 'ਚ ਪੜ੍ਹਦੇ ਸੀਗੇ ਤਾਂ ਵੀ ਸਾਰੇ ਧਰਮਾਂ ਦੇ ਵਿਦਿਆਰਥੀ ਹੁੰਦੇ ਸੀਗੇ ਤੇ ਖੇਡਣਾ ਉਹ ਵੀ ਸਾਰੇ ਧਰਮਾਂ ਦੇ ਵਿੱਚ ਸੀਗਾ ਤੇ ਜਦੋਂ ਕਿਤੇ ਪੜ੍ਹਾਈ ਦੇ ਵਿੱਚ ਕੰਪੀਟੀਸ਼ਨ ਕਰਨ ਦਾ ਮੌਕਾ ਮਿਲਿਆ ਉਹ ਵੀ ਸਾਰੇ ਧਰਮਾਂ ਦੇ ਵਿੱਚ ਸੀਗਾ। ਉਹਦੇ ਵਿੱਚ ਧਰਮ ਨਹੀਂ ਕਦੇ ਆਇਆ, ਨਾ ਮੇਰੇ ਘਰ ਤੋਂ ਸਿਖਾਇਆ ਗਿਆ, ਨਾ ਮੇਰੇ ਜਿਹੜੇ ਨਾਲ ਦੂਜੇ ਧਰਮਾਂ ਦੇ ਬੱਚੇ ਸੀ ਉਹਨਾਂ ਦੇ ਘਰਾਂ ਤੋਂ ਸਿਖਾਇਆ ਗਿਆ। ਉੱਥੇ ਸਿਰਫ ਇੱਕ ਪੜ੍ਹਾਈ ਦਾ ਹੀ ਦੇਖਿਆ ਜਾਂਦਾ ਹੈ। ਮੈਂ ਜੇ ਦੇਖਿਆ ਥੋੜੀ ਜਦੋਂ ਹੋਸ਼ ਸੰਭਾਲੀ ਆ ਪੇਪਰਾਂ ਦੇ ਵਿੱਚ ਦੇਖ ਕੇ ਸੋਸ਼ਲ ਮੀਡੀਆ ਨੂੰ ਤਾਂ ਬਹੁਤ ਹੀ ਅੱਗੇ ਚਲੋ ਵਧਾ ਕੇ ਦੱਸਿਆ ਕਰਦੇ ਆ, ਚਲੋ ਸੁਣਨ ਨੂੰ ਵੀ ਮਿਲਦਾ ਆ, ਪਤਾ ਲੱਗਦਾ ਸੱਚੀ ਯਾਰ। ਪਰ ਜਿਸ ਧਰਤੀ ਤੇ ਮੈਂ ਜਨਮ ਲਿਆ ਪੰਜਾਬ ਦੀ, ਤੇ ਜਿਸ ਮੈਂ ਜਗ੍ਹਾ ਤੇ ਪਲਿਆ, ਮੈਨੂੰ ਉੱਥੇ ਕੋਈ ਕਿਸੇ ਤਰ੍ਹਾਂ ਦਾ ਭੇਦ ਭਾਵ ਦੇ ਨਾਲ ਨਹੀਂ ਮੌਕਾ, ਮੈਨੂੰ ਰੱਬ ਨਾ ਕਰੇ ਕਹਿੰਦੇ ਟੱਚ ਵੁੱਡ ਕਿ ਕਦੇ ਵੀ ਭੇਦ ਭਾਵ ਦਾ ਸਾਹਮਣਾ ਨਹੀਂ ਕਰਨਾ ਪਿਆ। ਜੇ ਤੁਸੀਂ ਕਹੋ ਵੱਖਰੇ ਦੇਸ਼ ਦੇ ਵਿੱਚ ਆਣ ਕੇ ਅਸੀਂ ਰਹੇ ਆ ਤੇ ਇੱਥੇ ਵੀ ਬਹੁਤ ਲੰਬਾ ਸਫ਼ਰ ਜਿਹੜਾ ਸਾਰੇ ਧਰਮਾਂ ਦੇ ਵਿੱਚ ਮਿਲਿਆ। ਸਾਰੇ ਧਰਮਾਂ 'ਚ ਕੀ ਇੱਥੇ ਤੱਕ ਕਿ ਪਾਕਿਸਤਾਨੀ ਲੋਕਾਂ ਦੇ ਨਾਲ ਵੀ ਵਿਚਰਨ ਦਾ ਮੌਕਾ ਮਿਲਦਾ ਆ। ਉਸ ਵੇਲੇ ਆਣ ਕੇ ਪਾਕਿਸਤਾਨ ਤੇ ਭਾਰਤ ਇੱਕ ਇਕੱਠੇ ਹੋ ਜਾਂਦੇ ਆ, ਧਰਮ ਤਾਂ ਬਹੁਤ ਪਿੱਛੇ ਰਹਿ ਜਾਂਦੇ ਆ, ਉਹਦੇ ਵਿੱਚ ਜ਼ਬਾਨ ਇੱਕ ਹੋ ਜਾਂਦੀ ਆ। ਫਿਰ ਇੱਥੇ ਆਣ ਕੇ ਭਾਵੇਂ ਹਿੰਦੀ ਜਾਂ ਪੰਜਾਬੀ ਪਤਾ ਨਹੀਂ ਲੱਗਦਾ, ਉੱਥੇ ਲੱਗਦਾ ਕਿ ਜੋ ਵੀ ਮਿਲਦਾ ਜਿਸ ਭਾਸ਼ਾ 'ਚ ਵੀ ਅਸੀਂ ਆਪ ਸਮਝਣ ਸਾਡੀ ਮਾਂ ਬੋਲੀ ਹੁੰਦੀ ਆ, ਉਹਦੇ ਵਿੱਚ ਗੱਲ ਕਰਦੇ ਆ ਕਿ ਸਾਨੂੰ ਇੱਕ ਪਰਿਵਾਰ ਦਾ ਇੱਕ ਮੈਂਬਰ ਮਿਲ ਗਿਆ। ਪਰ ਜੇ ਉਹਦੇ ਵਿੱਚ ਕਹਿੰਦੇ ਇੱਕ ਪਰਿਵਾਰ ਇੱਕ ਛੱਤ ਥੱਲੇ ਰਹਿੰਦਾ ਹੋਵੇ ਤੇ ਉਹਦੇ ਵਿੱਚ ਇੱਕ ਅਗਿਆਰੀ ਭਰ ਕੇ ਸੁੱਟੀ ਜਾਵੇ ਕੋਈ, ਤੇ ਉਹ ਕਿਸੇ ਤਰ੍ਹਾਂ ਦਾ ਫੁੱਟ ਦਾ ਕਾਰਨ ਤਾਂ ਬਣ ਜਾਂਦੀ ਹੈ। ਜੇ ਬੰਦਾ 2 4 5 7 ਵਾਰੀ ਇਗਨੋਰ ਕਰੂਗਾ, ਇਨਸਾਨ ਦਾ ਦਿਮਾਗ ਆ ਉਹ ਫਿਰ ਕਿਸੇ ਵੇਲੇ ਸੋਚਣ ਨੂੰ ਮਜਬੂਰ ਹੋ ਜਾਂਦਾ, ਸੱਚੀ ਯਾਰ ਕਿਤੇ ਇਹ ਹੈ ਤਾਂ ਨਹੀਂ ਏਦਾਂ। ਪਰ ਉਹ ਹੁੰਦਾ ਕੀ ਹੈ, ਕਿਸੇ ਦੀ ਸ਼ਰਾਰਤ ਹੁੰਦੀ ਹੈ। ਤੇ ਧਰਮਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਅਸੀਂ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਪੀੜ੍ਹੀ ਜਿਹੜੀ ਅੱਗੇ ਵੱਧ ਰਹੀ ਆ, ਉਹਨਾਂ ਦੇ ਮਨ ਦੇ ਵਿੱਚ ਇਹ ਭੇਦਭਾਵ ਹਟਾਈਏ, ਨਾ ਕਿ ਇਹਨੂੰ ਵਧਾ ਕੇ ਆਪਾਂ ਇਦਾਂ ਦੀਆਂ ਨਫ਼ਰਤਾਂ ਪੈਦਾ ਕਰੀਏ ਕਿ ਉਹ ਇੱਥੇ ਬੋਰਨ ਅਮਰੀਕਾ ਜਾਂ ਯੂਰਪ ਜਾਂ ਕੈਨੇਡਾ ਕਿਤੇ ਵੀ ਜੰਮ ਕੇ ਇਹਨਾਂ ਚੀਜ਼ਾਂ ਵੱਲ ਨਾ ਦੇਖਣ, ਉਹ ਇੱਕ ਦੂਜੇ ਨੂੰ ਇੱਕ ਭਾਰਤ ਦੇ ਨਾਤੇ ਤੇ ਦੇਖਣ। ਉਹ ਪਰਸੈਂਟੇਜ ਦੀ ਨਾ ਗੱਲ ਕਰਨ, ਉਹ ਇੱਕ ਮਨੁੱਖਤਾ ਦੀ ਇਨਸਾਨੀਅਤ ਦੀ ਗੱਲ ਦੇ ਉੱਤੇ ਆਪਾਂ ਨੂੰ ਦਿਖਾਈਏ। ਉਹ ਇੱਕ ਬਹੁਤ ਮਹਿਸੂਸ ਕਰਨ ਜਦੋਂ ਸਕੂਲਾਂ ਵਿੱਚ ਜਾ ਕੇ ਕਿ ਅਸੀਂ ਉਸ ਦੇਸ਼ ਦੀ ਧਰਤੀ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਸਾਰੇ ਧਰਮ ਮਿਲ ਕੇ ਉਹ ਦੇਸ਼ ਨੂੰ ਚਲਾਉਂਦੇ ਆ, ਤੇ ਉਸ ਧਰਮ ਦਾ ਇਤਿਹਾਸ ਜਿਹੜਾ ਦੁਨੀਆ ਦੇ ਲਈ ਇੱਕ ਪ੍ਰੇਰਿਤ ਸਨਮਾਨਿਤ ਕੀਤਾ ਗਿਆ, ਪ੍ਰੇਰਨਾ ਲਈ ਜਾਂਦੀ ਆ,
ਤੇ ਬਹੁਤ ਸਭ ਤੋਂ ਵੱਡੀ ਸਾਡੀ ਹਿਸਟਰੀ ਆ, ਉਹਦੇ ਨਾਲ ਉਹ ਮਾਣ ਮਹਿਸੂਸ ਕਰਨ ਕਹਿ ਕੇ ਦੂਜੇ ਵੀ ਜਾਤਾਂ ਦੇ ਲੋਕਾਂ ਨੂੰ। ਸ਼ਰਮਾ ਸਾਹਿਬ, ਜਿਹੜਾ ਅਗਲਾ ਕੁਐਸਚਨ ਆ, ਇੱਕ ਵਾਰੀ ਜੋ ਹੁਣ ਤੁਸੀਂ ਆਪਾਂ ਬੈਕ ਚੱਲਦੇ ਥੋੜੀ ਜਿਹਾ, ਜਦੋਂ 1984 ਦਾ ਜਿਹੜਾ ਘੱਲੂਘਾਰਾ ਹੋਇਆ, ਉਹ ਤੋਂ ਬਾਅਦ ਜਿਹੜਾ ਅਹ, ਧਰਮ ਯੁੱਧ ਮੋਰਚਾ ਚੱਲਿਆ ਜਾਂ ਜੋ ਵੀ ਜੰਗ ਹੋਈ ਆ, ਉਹਦੇ ਵਿੱਚ ਕਈ ਜਿਹੜੇ ਇਦਾਂ ਦੇ ਸੂਰੀ ਵਰਗੇ ਸੀਗੇ, ਜਿੱਦਾਂ ਲਾਲਾ ਜਗਤ ਨਾਰਾਇਣ ਸੀਗਾ ਜਾਂ ਖੰਨਾ ਸੀਗਾ, ਇਹ ਇਦਾਂ ਦੇ ਜਿੱਦਾਂ ਇਹ ਅੱਜ ਬੋਲ ਰਿਹਾ ਹੈ, ਉਹ ਵੀ ਉਸ ਟਾਈਮ ਇਦਾਂ ਹੀ ਬੋਲਦੇ ਸੀਗੇ, ਦੁੱਕੀ ਤਿੱਕੀ ਖੈਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਬੀੜੀ ਸਿਗਰਟ ਪੀਏਂਗੇ, ਸ਼ਾਨ ਸੇ ਜੀਏਂਗੇ, ਇਦਾਂ ਦੀ ਬਹੁਤ ਸ਼ਬਦਾਵਲੀ ਵਰਤਦੇ ਸੀਗੇ। ਪਰ ਉਸ ਵਕਤ ਜਦੋਂ ਉਹਨਾਂ ਨੂੰ ਸਿੰਘਾਂ ਨੇ ਸੋਧ ਦਿੱਤਾ ਨਾ, ਜਦੋਂ ਉਹ ਬਹੁਤ ਕਹਿ ਲਓ ਵੀ ਗਲਤ ਸ਼ਬਦਾਵਲੀ ਆ, ਪਰ ਜਦੋਂ ਉਹਨਾਂ ਨੂੰ ਸੋਧਾ ਲਾਇਆ, ਅੱਜ ਇਹ ਲੋਕ ਕਹਿੰਦੇ ਉਹ ਸਾਡੇ ਸ਼ਹੀਦ ਆ। ਜਿਹੜੇ ਉਸ ਵਕਤ ਜੋ ਕਹਿ ਲਓ ਵੀ ਨਫ਼ਰਤ ਦੀ ਅੱਗ ਫੈਲਾਉਂਦੇ ਸੀਗੇ, ਉਹਨਾਂ ਨੂੰ ਕਹਿ ਲਓ ਵੀ ਸਜ਼ਾ ਦੇਤੀ ਜਿਹੜੇ ਸੂਰਮਿਆਂ ਵੱਲੋਂ, ਤੇ ਅੱਜ ਇਹ ਉਹਨਾਂ ਨੂੰ ਕਹਿ ਰਹੇ ਆ ਵੀ ਸਾਡੇ ਜਿਹੜੇ ਹਿੰਦੂ ਪੰਜਾਬ ਦੇ ਵਿੱਚ ਇੰਨੇ ਮਾਰ ਦਿੱਤੇ ਆ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਲੋਕ, ਜੇ ਹੁਣ ਕੱਲ ਨੂੰ ਇਹਨਾਂ ਦਾ ਕੋਈ ਇਹੋ ਜਿਹਾ ਕਹਿ ਲਓ ਭਾਣਾ ਵਰਤਾ ਦਿੰਦਾ ਆ, ਤੇ ਆਉਣ ਵਾਲੇ ਲੋਕੀ ਕਹਿਣਗੇ ਵੀ ਇਹ ਵੀ ਸ਼ਹੀਦ ਹੋ ਗਏ ਜੀ, ਜਾਂ ਕਿੱਦਾਂ, ਜਿੱਦਾਂ ਉਹਨਾਂ ਨੂੰ ਕਹਿ ਰਹੇ ਆ, ਤੁਹਾਨੂੰ ਕਿੱਦਾਂ ਲੱਗਦਾ, ਇਹਦੇ ਬਾਰੇ ਕੀ ਸੋਚਦੇ ਆ? ਦੇਖੋ ਜਸਵੀਰ ਸਿੰਘ ਜੀ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਕਿਹੜੀ ਸਦੀ ਚੱਲ ਰਹੀ ਆ, ਅਸੀਂ ਉਸ ਸਦੀ ਦੇ ਨਾਲ ਗੱਲ ਕਰ ਰਹੇ ਹਾਂ ਜਿੱਥੋਂ ਸਮਾਂ ਇੰਨੀ ਤਾਰ ਦਾ ਚੱਲ ਰਿਹਾ ਕਿ ਤੁਸੀਂ ਰਾਤ ਸੌਂਦੇ ਆ ਤਾਂ ਸਵੇਰੇ ਇੱਕ ਦਿਨ ਤੇ ਚੜ੍ਹਦਾ ਹੀ ਆ, ਇੱਕ ਨਵਾਂ ਯੁੱਗ ਜਿੱਦਾਂ ਬਦਲ ਜਾਂਦਾ। ਟੈਕਨੋਲੋਜੀ ਨੇ ਇੰਨੀ ਕੁ ਤਰੱਕੀ ਕਰ ਦਿੱਤੀ ਹੈ। ਸੋਚਣੀ ਸਾਡੀ ਆ, ਹੁਣ ਸੋਚਣੀ ਸਾਡੇ ਆਉਣ ਵਾਲੇ ਬੱਚੇ ਜਿਹੜਾ ਭਵਿੱਖ ਆ ਉਹਨਾਂ ਦੀ ਆ। ਅਸੀਂ ਉਹਨਾਂ ਨੂੰ ਚੰਗਾ ਫੀਡ ਕਰੀਏ, ਉਹਨਾਂ ਦੇ ਦਿਮਾਗ ਨੂੰ। ਇਦਾਂ ਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇਦਾਂ ਦਾ ਫੀਡ ਕਰਾਂਗੇ ਤੇ ਉਹ ਬੱਚਿਆਂ ਦੇ ਉੱਤੇ ਗਲਤ ਅਸਰ ਵਾ, ਉਹ ਅੱਗੇ ਆਪਣੇ ਦੋਸਤਾਂ ਨਾਲ ਕੀ ਜ਼ਿਕਰ ਕਰਨਗੇ। ਜੇ ਹੁਣ ਤੁਸੀਂ ਗੱਲ ਕੀਤੀ ਜਾਂਦੀ ਹੈ ਵੀ ਜਦੋਂ ਵੀ ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਦੂਜੇ ਧਰਮ ਦੇ ਖਿਲਾਫ ਬੋਲਦਾ ਕਰਦਾ, ਤੇ ਕਿਸੇ ਨੂੰ ਅਧਿਕਾਰ ਨਹੀਂ, ਚਲੋ ਕਹਿੰਦੇ ਹੁੰਦੇ ਆ ਵੀ ਅਸੀਂ ਇੱਕ ਸੁਤੰਤਰ ਦੇਸ਼ ਦੇ ਵਾਸੀ ਆ ਜਿੱਥੇ ਕਿ ਹਰੇਕ ਨੂੰ ਮੌਕਾ ਦੇਣਾ ਚਾਹੀਦਾ, ਪਰ ਅਸੀਂ ਇਦਾਂ ਦਾ ਮੌਕਾ ਕਿਸੇ ਚੰਗੀ ਵਰਤੋਂ ਦੇ ਵਿੱਚ ਲਿਆਈਏ। ਅਸੀਂ ਇਦਾਂ ਦੀ ਵਰਤੋਂ ਕਾਹਤੇ ਲਈਏ ਜਿਹਦੇ ਨਾਲ ਮਨ ਦੇ ਵਿੱਚ ਘ੍ਰਿਣਾ ਪਵੇ, ਆਪਸ ਦੇ ਵਿੱਚ ਫੁੱਟ ਦਾ ਕਾਰਨ ਬਣੇ, ਲੜਾਈਆਂ ਝਗੜੇ ਹੋਣ। ਜਦੋਂ ਇਹਨਾਂ ਚੀਜ਼ਾਂ ਦਾ ਬਾਅਦ ਵਿੱਚ ਇੱਕੋ ਹੀ ਅਸਰ ਦੇਖਣ ਨੂੰ ਮਿਲਦਾ ਕਿ ਜਿਨ੍ਹਾਂ ਦਾ ਬੁਰਾ ਅਸਰ ਇੱਕ ਗਰੀਬ ਦੇ ਉੱਤੇ ਪੈ ਜਾਂਦਾ। ਗਰੀਬ ਦਾ ਮਤਲਬ ਕਿ ਇਹਨਾਂ ਦੀਆਂ ਕਹੀਏ ਹੋਏ ਮੂੰਹ ਚੋਂ ਕੱਢੇ ਸ਼ਬਦ ਜਦੋਂ ਇਹ ਭਟਕਾਉਂਦੇ ਆ ਅੱਗੇ ਪਬਲਿਕ ਦੇ ਵਿੱਚ, ਆਮ ਪਬਲਿਕ ਜਿਹੜੀ ਬੇਸਮਝ ਹੁੰਦੀ, ਉਹ ਇਹਨਾਂ ਭਾਸ਼ਣਾਂ ਨੂੰ ਲੈ ਕੇ ਆਪਸ ਵਿੱਚ ਤਕਰਾਰ ਸ਼ੁਰੂ ਕਰ ਦਿੰਦੀ ਆ, ਕਿਉਂਕਿ ਉਹਨਾਂ ਨੂੰ ਜੋ ਮਿਲਣਾ ਪਿੱਛੋਂ ਸੋਸ਼ਲ ਮੀਡੀਆ ਲਾ ਲਓ, ਹੋਰ ਕੋਈ ਮਾਧਿਅਮ ਕਿਸੇ ਰਾਹੀਂ ਵੀ ਪਹੁੰਚ ਗਿਆ, ਉਹ ਘ੍ਰਿਣਾ ਦਾ ਕਾਰਨ ਬਣ ਜਾਂਦੇ ਆ। ਕਿਉਂਕਿ ਉਹ ਨਫ਼ਰਤ ਦੀ ਅੱਗ ਕਹਿੰਦੇ ਆ ਹੌਲੀ ਹੌਲੀ ਜਿਹੜੀ ਸੁਲਗਦੀ ਇੱਕ ਦਿਨ ਉਹ ਬੰਬੂਲਾ ਬਣ ਕੇ ਪੈ ਜਾਂਦੀ ਆ। ਤੇ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਅਸੀਂ ਇੰਨੀ ਉਮਰ ਹੋ ਗਈ ਆ, ਅਸੀਂ ਕੀ ਖੱਟਿਆ ਜੇ ਇਦਾਂ ਦੀ ਸ਼ਬਦਾਵਲੀ ਵਰਤ ਕੇ ਅਸੀਂ ਆਉਣ ਵਾਲੇ ਭਵਿੱਖ ਨੂੰ, ਆਉਣ ਵਾਲੇ ਸਮੇਂ ਨੂੰ ਖਰਾਬ ਕਰਨਾ, ਤੇ ਇਹਦੇ ਨਾਲੋਂ ਕੁਝ ਨਾ ਹੀ ਬੋਲੀਏ। ਕਿਉਂਕਿ ਇਹ ਤਾਂ ਇੱਕ ਕਿਸਮ ਦੀ ਅੱਗ ਨੂੰ ਭੜਕਾਉਣਾ ਹੈ, ਠੰਡੀ ਹੋਈ ਨੂੰ। ਅਸੀਂ ਆਉਣ ਵਾਲੇ ਭਵਿੱਖ ਨੂੰ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਭਵਿੱਖ, ਅਸੀਂ ਆਪਣੇ ਪੰਜਾਬ ਦਾ ਭਵਿੱਖ ਲਾ ਲਓ, ਪੂਰੇ ਭਾਰਤ ਦਾ ਭਵਿੱਖ ਲਾ ਲਓ, ਕਿ ਅਸੀਂ ਇਹਨੂੰ ਵਧੀਆ ਕਰਨਾ ਆ, ਵਧੀਆ ਇੱਕ ਦੇਸ਼ ਬਣਾਉਣਾ ਆ। ਬਹੁਤ ਸਾਰੇ NRI ਭੈਣ ਭਰਾਵਾਂ ਦੀ ਮਦਦ ਦੇ ਨਾਲ ਬਹੁਤ ਕੁਛ ਬੈਕ ਹੁੰਦਾ, ਚਾਹੇ ਉਹ ਕਿਸੇ ਵੀ ਪ੍ਰਾਂਤ ਨੂੰ ਬਿਲੋਂਗ ਕਰਦੇ ਆ, ਭਾਵੇਂ ਹਰਿਆਣੇ ਨੂੰ ਆ, ਹਿਮਾਚਲ ਨੂੰ ਆ, ਜਾਂ ਆਂਧਰਾ ਨੂੰ ਆ, ਜਾਂ ਪੰਜਾਬ ਨੂੰ ਆ। ਆਪਣੇ ਆਪਣੇ ਪ੍ਰਾਂਤ ਪ੍ਰਤੀ ਆਪਣੇ ਜਦੋਂ ਵੀ ਬਾਹਰ ਰਹਿੰਦਾ, ਕਿਸੇ ਚੀਜ਼ ਤੋਂ ਦੂਰ ਹੋ ਜਾਂਦਾ ਤੇ ਉਹਨੂੰ ਜ਼ਿਆਦਾ ਪਿਆਰ ਆਉਂਦਾ, ਤੇ ਉਹ ਚਾਹੁੰਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਨਹੀਂ ਉੱਥੇ ਰਹਿ ਕੇ ਕਰ ਸਕੀਏ, ਆਪਾਂ ਇੱਥੋਂ ਬਹਿ ਕੇ ਰਲ ਮਿਲ ਕੇ ਕਰਵਾਈਏ। ਤੇ ਉਹ ਫਿਰ NRI ਭਰਾ ਜਦੋਂ ਵੀ ਇੱਕ ਚੀਜ਼ ਨੂੰ ਇਕੱਠੇ ਕਰਦੇ ਆ,
ਉਹ ਸਾਰੇ ਧਰਮਾਂ 'ਚ ਹੀ ਹੁੰਦੇ ਆ। ਉੱਥੇ ਕੋਈ ਧਰਮ ਨਹੀਂ ਦੇਖਿਆ ਜਾਂਦਾ ਕਿ ਮੈਂ ਇਹ ਇੱਥੇ ਕਰਾਉਣਾ ਆ, ਕਿਸੇ ਵੀ ਤਰ੍ਹਾਂ ਦਾ ਨਵਾਂ ਚੀਜ਼ ਚਲਾਉਣੀ ਆ। ਚਲੋ ਜਿਹੜੇ ਬੱਚੇ ਆਉਂਦੇ ਆ ਉਹ ਬਾਹਰ ਪੜ੍ਹਨ ਵੀ ਆਉਂਦੇ, ਕਰਦੇ ਵੀ ਆ, ਕੰਮ ਕਰਨ ਵੀ ਆਉਂਦੇ ਆ। ਜਿਹੜੇ ਨਹੀਂ ਵਿਚਾਰੇ ਆ ਸਕਦੇ, ਉਹਨਾਂ ਦੇ ਲਈ ਅਸੀਂ ਇੱਕ ਚੰਗੀ ਮਿਸਾਲ ਬਣਾਈਏ, ਉਹਨਾਂ ਦਾ ਭਵਿੱਖ ਦੇ ਲਈ ਵਧੀਆ ਕਰੀਏ। ਆਪਾਂ ਇਦਾਂ ਦੀ ਸ਼ਬਦਾਵਲੀ ਦੇ ਨਾਲ ਉਹਨਾਂ ਨੂੰ ਇੱਕ ਲੜਾਈ ਦਾ ਸ਼ਿਕਾਰ ਨਾ ਬਣਾਈਏ ਕਿ ਜਿਹਦੇ ਵਿੱਚ ਕਿਸੇ ਗਰੀਬ ਮਾਂ-ਬਾਪ ਦੇ ਬੱਚੇ ਜਾਨ ਨਾ ਜਾਣ। ਜੀ, ਹੁਣ ਇੱਥੇ ਮਨਦੀਪ ਰਾਜ ਜੀ, ਅਸਲ 'ਚ ਇੱਕ ਗੱਲ ਜਿੱਦਾਂ ਸ਼ਬਦਾਵਲੀ ਪਤਾ ਹਰ ਹੈ ਨਾ, ਪੂਰੀ ਹੋਇਆ ਜਾਂ ਸ਼ਾਂਤ ਸ਼ਰਮਾ ਹੋਇਆ, ਇਹ ਦੋਨੇ ਹੀ ਜਾਂ ਹੋਰ ਵੀ ਇੱਕ ਦੋ ਕਹਿੰਦਾ ਇਦਾਂ ਦੀ ਸ਼ਬਦਾਵਲੀ ਵਰਤਦੇ ਆ ਕਿ ਉੱਥੇ ਕਿਤੇ ਨਾ ਕਿਤੇ ਜਿਹੜੇ ਸਿੱਖ ਲੋਕ ਆ ਉਹਨਾਂ ਨੂੰ ਲੱਗਣ ਲੱਗ ਪੈਂਦਾ ਬਈ ਜੋ ਇਹ ਸਿੱਖ ਆ ਵੀ ਅਸੀਂ ਇਸ ਮੁਲਕ ਦੇ ਵਿੱਚ ਗੁਲਾਮ ਆ। ਹੁਣ ਗੱਲ ਬੜੀ ਸੋਚਣ ਵਾਲੀ ਆ ਵੀ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਬਈ ਇਹ ਜੀ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਆ ਇਹ ਦੇਸ਼ ਧਰੋਹੀ ਆ, ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ, ਪਰ ਉਹ ਇਹ ਕਿਉਂ ਨਹੀਂ ਕਰਦੇ ਵੀ ਉਹਨਾਂ ਨੂੰ ਜਿਹੜੀ ਉਹ ਖਾਲਿਸਤਾਨ ਦੀ ਗੱਲ ਕਰਾਉਂਦਾ ਕੌਣ ਵਾ? ਜਦੋਂ ਇਹ ਲੋਕ ਉਹਨਾਂ ਨੂੰ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਗੁਲਾਮ ਆ ਜਾਂ ਤੁਸੀਂ 2 ਨੰਬਰ ਦੇ ਸ਼ਹਿਰੀ ਆ, ਫਿਰ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਜਿਹੜੀ ਉਹ ਖਾਲਿਸਤਾਨ ਦੀ ਗੱਲ ਕਰਨੀ ਪੈਂਦੀ ਹੈ ਇਹਨਾਂ ਦੇ ਕਹਿਣ ਤੇ? ਕੀ ਲੱਗਦਾ ਉਹਨਾਂ ਨੂੰ ਉਹ ਗੱਲ ਕਰਨੀ ਚਾਹੀਦੀ ਆ ਜਾਂ ਇਹਨਾਂ ਦੇ ਜੋ ਇਹ ਕਹਿੰਦੇ ਆ ਉਹਨੂੰ ਸੁਣ ਲੈਣਾ ਚਾਹੀਦਾ? ਜੀ ਨਹੀਂ, ਦੇਖੋ ਮੈਂ ਤੁਹਾਡੀ ਗੱਲ ਦੇ ਨਾਲ ਬਹੁਤ ਵਧੀਆ ਸਹਿਮਤੀ ਪ੍ਰਗਟ ਕਰਦਾ ਆ ਕਿ ਜਿੱਦਾਂ ਕਿ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਗੱਲ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਇਹ ਤਾਂ ਸਾਡੀ ਸਰਕਾਰਾਂ ਨੂੰ ਹੀ ਇਹਦੇ ਉੱਤੇ ਕਿਸੇ ਦਾ ਪ੍ਰਤੀਬੰਧ ਲਾ ਦੇਣਾ ਚਾਹੀਦਾ ਆ ਕਿ ਭਾਵੇਂ ਉਹ ਸੋਸ਼ਲ ਮੀਡੀਆ ਤੇ ਵੀ ਗੱਲ ਕਰਦੇ, ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਕੋਈ ਚਾਹੇ ਤਾਂ ਇਹੋ ਜਿਹੇ ਵੀਡੀਓ ਨੂੰ ਉਤਾਰ ਦਿੱਤਾ ਜਾਂਦਾ ਹੈ, ਚੱਲਣ ਦੀ ਇਜਾਜ਼ਤ ਉੱਥੋਂ ਹੀ ਮਿਲਦੀ ਹੈ। ਪਰ ਜੇ ਜਾਂਦਾ ਜਾਵੇ ਤਾਂ ਇਹਨਾਂ ਬੰਦਿਆਂ ਨੂੰ ਜਿਹੜੀਆਂ ਸਾਡੇ ਮਨੁੱਖੀ ਅਧਿਕਾਰਾਂ ਦੇ ਆਫਿਸਰ ਬੈਠੇ ਆ ਜਾਂ ਡਿਪਾਰਟਮੈਂਟ ਹੁੰਦੇ ਆ, ਹਰੇਕ ਦੇਸ਼ ਦੇ ਵਿੱਚ ਹੁੰਦੇ ਆ, ਉਹ ਇਹਨਾਂ ਬੰਦਿਆਂ ਨੂੰ ਇਹਨਾਂ ਤੇ ਰੋਕ ਲਗਾਉਣ। ਕਿਉਂਕਿ ਜਦੋਂ ਤੁਸੀਂ ਕਿਹਾ ਵੀ ਖਾਲਿਸਤਾਨ ਦੀ ਗੱਲ ਫਿਰ ਉਹ ਬਾਅਦ ਵਿੱਚ ਚੱਲਦੀ ਆ, ਉਹ ਵੀ ਇਹਨਾਂ ਕਰਕੇ ਕਿਹਾ ਜਾਂਦਾ। ਇਹੀ ਗੱਲ ਆ ਵੀ ਲੜਾਈ ਦਾ ਕਾਰਨ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਲੜਾਈ ਦਾ ਕਾਰਨ ਬਣਦਾ ਹੀ ਇਦਾਂ ਹੈ। ਜੇ ਅਸੀਂ ਕੋਈ ਆਪਸ ਵਿੱਚ ਰਲ ਮਿਲ ਕੇ ਕਹਿੰਦੇ ਹੁੰਦੇ ਇੱਕ ਹੁੰਦਾ, 2 11 ਹੋ ਜਾਂਦੇ ਆ। ਚਾਹੇ ਉਹ ਹਿੰਦੂ, ਸਿੱਖ, ਮੁਸਲਮਾਨ ਜਾਂ ਕ੍ਰਿਸਚੀਅਨ ਹੋਵੇ, ਕੋਈ ਵੀ, ਜਦੋਂ ਅਸੀਂ ਇਕੱਠੇ ਮਿਲ ਕੇ ਚੱਲਾਂਗੇ ਤੇ ਰਸਤੇ ਜਿਹੜੀ ਮੰਜ਼ਿਲਾਂ ਆ ਉਹ ਸੌਖੀਆਂ ਹੋ ਜਾਂਦੀਆਂ ਪਾਉਣੀਆਂ। ਕਿਉਂਕਿ ਹਰੇਕ ਬੱਚਾ ਜਦੋਂ ਵੱਧਦਾ ਉਹਦਾ ਕੋਈ ਨਾ ਕੋਈ ਸੁਪਨਾ ਹੁੰਦਾ ਆ, ਉਹਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ। ਜਦੋਂ ਬੱਚਾ ਛੋਟੇ ਤੋਂ ਹੁੰਦਾ ਵੱਧਦਾ ਹੈ, ਭਾਵੇਂ ਉਹ ਹਿੰਦੂ ਦੇ ਘਰ ਜਨਮ ਲੈਂਦਾ, ਸਿੱਖ ਦੇ, ਈਸਾਈ ਦੇ ਜਾਂ ਮੁਸਲਮਾਨ ਦੇ, ਉਹ ਇੱਕ ਖਾਲੀ ਟੇਪ ਵਾਂਗ ਹੁੰਦਾ ਆ। ਉਹਦੇ ਵਿੱਚ ਜੋ ਅਸੀਂ ਭਰਨਾ ਉਹ ਚੱਲੂਗਾ। ਬਹੁਤ ਸਾਰੇ ਸਾਡੇ ਮਾਤਾ ਪਿਤਾ ਆ ਜਿਹੜੇ ਹਰੇਕ ਕੋਈ ਮਾਂ-ਬਾਪ, ਹਰੇਕ ਦੁਨੀਆ ਦੇ, ਚਾਹੇ ਕਿਸੇ ਵੀ ਉਹ ਧਰਮ ਦਾ ਹੋਵੇ ਜਾਂ ਕਿਸੇ ਵੀ ਉਹ ਕਲਰ ਦਾ ਹੋਵੇ, ਉਹ ਚਾਹੁੰਦੇ ਬੱਚਾ ਸਾਡਾ ਵੱਡਾ ਹੋਵੇ ਕਿ ਚੰਗਾ ਇਨਸਾਨ ਬਣੇ, ਤੇ ਉਹ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ। ਪਰ ਫਿਰ ਬੱਚੇ ਨੇ ਸਕੂਲ ਪੜ੍ਹਨਾ ਹੁੰਦਾ, ਅੱਗੇ ਜਾਣਾ ਹੁੰਦਾ, ਉਹਦੀ ਸੁਸਾਇਟੀ ਮਿਲਦੇ ਆ। ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੀਆਂ ਆਪਾਂ ਨੂੰ ਵੀਡੀਓ ਦੇਖਣ ਨੂੰ ਵੀ ਮਿਲਦੀਆਂ, ਉਹ ਕਿਹੜਾ ਜੰਮਦੇ ਗਲਤ ਕੰਮਾਂ ਦਾ ਸ਼ਿਕਾਰ ਹੋਏ ਸੀ ਜਾਂ ਮਾਂ-ਬਾਪ ਨੇ ਕਰਨਾ ਸਿਖਾਏ। ਇੱਕ ਸਾਡੀ ਸੁਸਾਇਟੀ ਇਦਾਂ ਦੀ ਹੁੰਦੀ ਆ ਜਿਹੜੀ ਕੀ ਨਾਉਂਦਾ ਇਹਨਾਂ ਕੰਮਾਂ ਦੇ ਵਿੱਚ ਸਾਨੂੰ ਸਿੱਖਣ ਨੂੰ ਉਹਨੂੰ ਸਿਖਾਉਂਦੀ ਆ ਜਾਂ ਕਰਦੀ ਆ। ਤੇ ਸਾਡੀ ਜਿਹੜੀ ਸੁਸਾਇਟੀ ਦੇ ਮੋਹਤਵਰ ਵੀਰ, ਭੈਣ, ਭਾਈ, ਕੋਈ ਵੀ ਕਿਸੇ ਦੇ ਹੱਥ ਆ, ਉਹਨਾਂ ਨੂੰ ਇਸ ਗੱਲ ਦਾ ਗਲਤ ਫਾਇਦਾ ਨਹੀਂ ਲੈਣਾ ਚਾਹੀਦਾ, ਜਦ ਕਿ ਉਹਨਾਂ ਨੂੰ ਇਕਜੁੱਟ ਹੋ ਕੇ ਸਾਡੇ ਲਈ ਚੰਗੀ ਮਿਸਾਲ ਬਣਨਾ ਚਾਹੀਦਾ। ਜੇ ਉਹ ਮਿਸਾਲ ਚੰਗੀ ਬਣਨਗੇ ਤੇ ਆਉਣ ਵਾਲੀ ਪੀੜ੍ਹੀਆਂ ਦੀ ਜਿਹੜਾ ਹੈ ਉਹਨਾਂ ਨੂੰ ਲਾਭ ਮਿਲੂਗਾ। ਉਹ ਕੋਈ ਦੁਆਵਾਂ ਕੰਮ ਕਰਨਗੀਆਂ ਉਹਨਾਂ ਮਾਂ-ਬਾਪ ਬੱਚਿਆਂ ਦੀਆਂ, ਕਿਸੇ ਦੇ ਕਹੇ ਹੋਏ ਸ਼ਬਦ, ਅਸੀਂ ਉਹਨੂੰ ਧਰਮ ਦੇ ਨਾਂ ਤੇ ਜੁੜ ਕੇ ਆਪਣਾ ਨਾ ਕੱਢੀਏ। ਅਸੀਂ ਸਭ ਦਾ ਸੋਚੀਏ। ਚਲੋ ਕੁਝ ਕੰਮ ਆ, ਕੁਝ ਤਾਂ ਬੰਦੇ ਸਰਕਾਰਾਂ ਕੋਲ ਆਪ ਕਹਿ ਕਰਵਾ ਲੈਂਦੇ ਆ, ਜਾਣਦੇ ਹੁੰਦੇ ਆ ਜਾਂ ਕਿਸੇ ਤਰ੍ਹਾਂ, ਤੇ ਬਹੁਤ ਸਾਰੀ ਜਨਸੰਖਿਆ ਜਿਹੜੀ ਆ ਉਹ ਕਿਸੇ ਜਾਣਦੀ ਨਹੀਂ ਹੁੰਦੀ। ਉਹਨਾਂ ਦੀ ਜ਼ਿੰਦਗੀ ਜਿੱਦਾਂ ਹੈਗੀ ਜੀ ਜਾਣੀ ਆ। ਕੋਈ ਵਿਚਾਰੇ ਜੋ ਵੀ ਤੁਸੀਂ ਜ਼ਿਕਰ ਕੀਤਾ ਪਹਿਲਾਂ, ਕਈ ਲੋਕ ਅਣਭੋਲ ਏਦਾਂ ਦੇ ਹੁੰਦੇ, ਉਹ ਕਿਸੇ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਹੁੰਦਾ, ਵੈਸੇ ਹੀ ਰਗੜ ਹੋ ਜਾਂਦੇ ਇਹਨਾਂ ਗੱਲਾਂ ਕਰਕੇ। ਕਿਉਂਕਿ ਏਦਾਂ ਦੀ ਭੜਕਾਊ ਅੱਗ ਜਿਹੜੀ ਆ ਉਹ ਜ਼ਿਆਦਾਤਰ ਗਰੀਬ ਤੇ ਅਸਰ ਕਰਦੀ ਆ, ਉਹਨਾਂ ਦਾ ਨੁਕਸਾਨ ਕਰਦੀ ਆ, ਉਹਨਾਂ ਦੇ ਘਰ ਦਾ ਕਹਿੰਦੇ ਹੁੰਦੇ ਚਿਰਾਗ ਬੁਝਾ ਦਿੰਦੀ ਆ,
ਉਹਨਾਂ ਦੇ ਆਸਾਂ ਦੇ ਪਾਣੀ, ਉਹ ਤਾਂ ਪਹਿਲਾਂ ਹੀ ਗਰੀਬ ਜਿਹੜਾ ਬੰਦਾ ਹੁੰਦਾ ਉਹ ਅੱਗੇ ਕੀ ਕਰ ਸਕੂਗਾ। ਬੱਚਿਆਂ ਨੇ ਤਾਂ ਉਹੀ ਸੁਣਨਾ ਨਾ। ਅੱਜ ਕੱਲ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਆ, ਤੇ ਹਰੇਕ ਜਿਹੜੀ ਆ ਇੱਕ ਇੱਕ ਕਈ ਗੱਲ ਸਵੇਰੇ ਕੀ ਮਿੰਟਾਂ ਮਿੰਟਾਂ ਦੇ ਵਿੱਚ ਦੁਨੀਆ ਭਰ ਚ ਪਹੁੰਚ ਜਾਂਦੀ ਹੈ। ਤੇ ਇਸ ਕਰਕੇ ਜੀ ਇਹਨਾਂ ਨੂੰ ਕੋਈ ਹੱਕ ਨਹੀਂ ਕਿਸੇ ਨੂੰ ਕਹਿਣ ਦਾ, ਨਾ ਕਹਿ ਕੇ ਇਹ ਅੱਗ ਨੂੰ ਬੰਦ। ਸਾਡੀ ਬਹੁਤ ਮਿਹਰਬਾਨੀ ਹੋਊਗੀ ਕਿ ਇੱਕ ਬੰਦੇ ਦੇ ਕਹਿ ਦੇ ਉੱਤੇ ਸਭ ਨੂੰ ਕਲੰਕ ਲੱਗਦਾ ਆ, ਉਹਨੂੰ ਇਦਾਂ ਨਾ ਕੀਤਾ ਜਾਵੇ। ਉਹ ਆਪਣਾ ਹੀ ਨਾ ਸੋਚੇ ਜਾਂ ਆਪਣੇ ਅਗਲੇ ਅਹੁਦੇ ਦਾ ਨਾ ਸੋਚੇ, ਉਹ ਸਭ ਦਾ ਸੋਚੇ। ਉਹਦੇ ਨਾਲ 10 15 20 ਬੰਦੇ ਹੁੰਦੇ, ਬਾਕੀ ਸਾਰਿਆਂ ਦੇ ਨਾਲ ਨਹੀਂ ਹੁੰਦੇ। ਗਰੀਬ ਦੇ ਨਾਲ ਤੁਸੀਂ ਮੈਨੂੰ ਦੱਸੋ ਕੌਣ ਖੜੂਗਾ? 10 12 ਬੰਦੇ ਵੀ ਨਹੀਂ ਖੜ ਸਕਦੇ। ਉਹਦੇ ਕੋਲ ਕੀ ਲੈਣਾ ਹੁੰਦਾ ਵਿਚਾਰੇ ਕੋਲ? ਉਹ ਤਾਂ ਅੱਗੇ ਦਿਹਾੜੀਆਂ ਮਜ਼ਦੂਰ ਕਰਾਂ, ਉਹਦੀ ਵੀ ਔਲਾਦ ਹੁੰਦੀ, ਪਰ ਉਹਨੂੰ ਵੀ ਉਨਾ ਹੀ ਪਿਆਰ ਹੁੰਦਾ ਜਿੰਨਾ ਅਮੀਰ ਨੂੰ ਆਪਣੇ ਬੱਚੇ ਨਾਲ ਹੁੰਦਾ। ਜੀ, ਜਿਹੜੀ ਤੁਸੀਂ ਆਹ ਗੱਲ ਕੀਤੀ ਵੀ, ਉਹ ਗੱਲ ਕੀਤੀ ਗਾਹਾਂ ਆਉਣ ਵਾਲਿਆਂ ਤੇ, ਜਾਂ ਜਿੱਦਾਂ ਬੜਾ ਅਸਰ ਪੈਂਦਾ। ਜਿੱਦਾਂ ਆਪਾਂ ਗੱਲ ਕਰਦੇ ਹਾਂ 1984 ਦੀ, ਜਦੋਂ ਇੰਦਰਾ ਗਾਂਧੀ ਨੂੰ ਮਾਰਿਆ, ਤੇ ਉਸ ਵਕਤ ਜੋ ਆਪਣੇ ਸੁਪਰਸਟਾਰ ਸੀ ਅਮਿਤਾਭ ਬੱਚਨ, ਉਹਨੇ ਇੱਕ ਬਿਆਨ ਦਿੱਤਾ ਸੀਗਾ ਕਿ इंदिरा गांधी के खून के छींटे सिखों के घर तक पहुंचने चाहिए, खून का बदला खून। ਜਦੋਂ ਉਹਨੂੰ ਇਹ ਗੱਲ ਕਹੀ ਸੀ, ਪੂਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ। ਜੇ ਉਹ ਨਾ ਗੱਲ ਕਹਿੰਦਾ ਤੇ ਇੰਨਾ ਕਤਲੇਆਮ ਨਹੀਂ ਹੋਣਾ ਸੀਗਾ, ਕਿਉਂਕਿ ਅੱਜ ਉਹ ਇੰਨੇ ਨਿਰਦੋਸ਼ ਲੋਕਾਂ ਦਾ ਜਿਹੜਾ ਕਹਿ ਲਓ ਉਹਨਾਂ ਦੀ ਮੌਤ ਦਾ ਆਪਣੇ ਸਿਰ ਤੇ ਲੈ ਕੇ ਆਇਆ। ਚਲੋ ਆਪਾਂ ਹੁਣ ਆਪੇ ਆਉਂਦੇ ਆ ਇਸ ਗੱਲ ਵੱਲ ਕਿ ਜਿਹੜੀ ਤੁਸੀਂ ਗੱਲ ਕੀਤੀ ਜਾਵੇ ਇਹਨੂੰ ਰੋਕਣਾ ਚਾਹੀਦਾ, ਪਰ ਰੋਕਣ ਦੀ ਬਜਾਏ ਜਦੋਂ ਇਹ ਇਦਾਂ ਬੋਲਦਾ, ਸਰਕਾਰ ਤਾਂ ਉਹਨੂੰ ਉਲਟਾ ਸਿਕਿਉਰਿਟੀ ਦਿੰਦੀ ਆ, ਉਹਨੂੰ ਸਿਕਿਉਰਿਟੀ ਵੱਧ ਤੋਂ ਵੱਧ ਦੀ ਜ਼ਿਆਦਾ ਹਿਫਾਜ਼ਤ ਕਰਦੀ ਆ। ਕੀ ਕਾਰਨ ਆ? ਕਿਉਂ ਉਹਨੂੰ ਇਦਾਂ ਸ਼ਹਿ ਮਿਲਦੀ ਆ? ਕਿਉਂ ਜੀ? ਕਿਉਂਕਿ ਜੀ ਇਹ ਜਿਹੜੀ ਰਾਜਨੀਤੀ ਆ ਨਾ ਜਸਵੀਰ ਸਿੰਘ ਜੀ, ਇਹ ਰਾਜ ਜਿਹੜੀ ਆ ਨਾ ਬਹੁਤ ਹੀ ਇੱਕ ਵੱਖਰੇ ਤਰ੍ਹਾਂ ਦਾ ਉਲਟ ਪਾਸਾ ਲੈ ਚੁੱਕੀ ਆ, ਜਿਹਦੇ ਕਰਕੇ ਇਸ ਸੀਟ ਦੀ ਭੁੱਖਾਂ ਕਰਕੇ ਹਰੇਕ ਕੋਈ ਜਿਹਦੇ ਹੱਥ 'ਚ ਕੁਰਸੀ ਆ ਉਹਦੇ ਅੱਗੇ ਬੰਦੇ ਛੱਡੇ ਕਿ ਆਪਸ 'ਚ ਲੜਾ ਜਾਏ। ਜ਼ਿਆਦਾਤਰ ਸਾਨੂੰ ਸਭ ਨੂੰ ਕੀ ਲੋੜ ਆ? ਸਿਕਿਉਰਿਟੀਆਂ ਦਿੰਦੇ ਆ, ਫਿਨੇਟ ਤੁਹਾਨੂੰ ਪਤਾ ਆ ਪਿੱਛੇ ਕਿਸੇ ਦਾ ਹੱਥ ਆ। ਸਿਕਿਉਰਿਟੀ ਤੋਂ ਬਗੈਰ ਬੰਦਾ ਗੱਲ ਨਹੀਂ ਕਰਦਾ, ਕੁਝ ਹੋਰ ਤਰ੍ਹਾਂ ਕਰਦਾ। ਜਦੋਂ ਬੰਦੇ ਕੋਲ ਸਿਕਿਉਰਿਟੀਆਂ ਹੁੰਦੀਆਂ ਡੈਫੀਨੇਟਲੀ ਉਹਦੇ ਪਿੱਛੇ ਉਹਦੀ ਕੋਈ ਹੋਰ ਹੱਥ ਲੰਬੇ ਵੀ ਹੁੰਦੇ ਆ ਕਾਨੂੰਨ ਦੇ। ਤਾਂ ਉਹਨਾਂ ਨੇ ਗੱਲ ਕਹੀ ਹੋਈ, ਉਹ ਜਿੱਦਾਂ ਬਾਕੀਆਂ ਤੱਕ ਬਾਹਰ ਪਹੁੰਚ ਜਾਂਦੀ ਆ, ਉੱਥੇ ਜਿਹੜੇ ਲੜਾਈ ਝਗੜੇ ਦਾ ਕਾਰਨ ਜਾਂ ਨਫ਼ਰਤ ਦਾ ਕਾਰਨ ਬਣਦਾ, ਉਹਨਾਂ ਕੋਲ ਨਹੀਂ ਕੁਛ ਇਦਾਂ ਦਾ ਹੁੰਦਾ। ਹੁਣ ਇਹਨਾਂ ਨੇ ਕੁਛ ਤਾਂ ਇਹਨਾਂ ਉੱਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਨਾ, ਇਹਨਾਂ ਗੱਲਾਂ ਨੂੰ ਕੁਛ ਵੀ ਕਿਸੇ ਤਰ੍ਹਾਂ ਵੀ ਬੈਠ ਕੇ ਸਾਡੇ ਨਹੀਂ, ਮੈਂ ਤਾਂ ਕਹਿੰਦਾ ਹਿੰਦੂ ਧਰਮ ਦੇ ਵੀ ਬੜੇ ਪਤਵੰਤੇ ਸੱਜਣਾ ਬੜੇ ਵੱਡੇ ਪਹੁੰਚੇ ਹੋਏ ਆ, ਬਹੁਤ ਜ਼ਿਆਦਾ ਆ, ਔਰ ਜ਼ਿਆਦਾ ਗਿਣਤੀ ਵੀ ਭਾਰਤ ਦੇ ਵਿੱਚ ਹਿੰਦੂਆਂ ਦੀ ਆ। ਉਹਨਾਂ ਨੂੰ ਹੀ ਮਿਲ ਕੇ ਗੱਲ ਕਰਕੇ ਕਿਸੇ ਤਰ੍ਹਾਂ ਸਰਕਾਰ ਨੂੰ ਕਹਿ ਕੇ ਇਹਦੇ ਉੱਤੇ ਰੋਕ ਲਗਾਉਣੀ ਚਾਹੀਦੀ ਹੈ ਕਿ ਇਦਾਂ ਦੇ ਵੀਡੀਓ ਨਾ ਜਾਰੀ ਕਰਨ। ਜੇ ਫਿਰ ਵੀ ਨਹੀਂ ਰੋਕ ਲੱਗਦੀ, ਫਿਰ ਸਾਨੂੰ ਕੁਛ ਮਿਲ ਕੇ ਬੜੇ ਕਾਨੂੰਨ ਦੇ ਨਾਲ ਆਪ ਕਿਸੇ ਤਰ੍ਹਾਂ ਅੱਗੇ ਜਾ ਕੇ ਕਿਸੇ ਦਾ ਦਰਵਾਜ਼ਾ ਖੜਕਣਾ ਚਾਹੀਦਾ, ਜਿੱਥੇ ਕਿ ਕੋਰਟਾਂ ਵੀ ਹੈਗੀਆਂ, ਚਲੋ ਮੰਨਿਆ ਉੱਥੇ ਕਿਸੇ ਤਰ੍ਹਾਂ ਦਾ ਨਹੀਂ, ਤਾਂ ਫਿਰ ਅੱਗੇ ਤੋਂ ਸਾਡੇ ਬਹੁਤ ਲੋਕ ਦੁਨੀਆ ਭਰ ਦੇ ਵਿੱਚ ਬੈਠੇ ਆ ਜਿਹੜੇ ਕਿਸੇ ਹੋਰ ਪਾਸੇ ਵੀ ਕਾਨੂੰਨ ਬਾਹਰੋਂ ਵੀ ਇਸ ਗੱਲ ਦਾ ਜਿਹੜਾ ਆ ਜਵਾਬ ਮੰਗ ਸਕਦੇ ਆ। ਪਰ ਉਹ ਤੋਂ ਪਹਿਲਾਂ ਅਸੀਂ ਕਰਨ ਇੰਨੀ ਗੱਲਾਂ ਨੂੰ ਕਰਕੇ ਆਪਾਂ ਧਰਮਾਂ ਦੇ ਵਿੱਚ ਲੜਾਈ ਕਰਾਂ, ਕੀ ਲੈ ਜਾਣਾ ਆ? ਚਾਹੇ ਉਹ ਹਿੰਦੂ ਧਰਮ ਆ, ਸਿੱਖ ਧਰਮ ਦੇ ਬੱਚੇ ਜੇ ਗਲਤ ਅਸਰ ਪੈਂਦਾ ਤੇ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ। ਇਹਨੂੰ ਮੁੱਖ ਆਪਣੇ ਬੱਚੇ ਦੀ ਦੇਖੋ, ਇੱਕ ਸੱਟ ਵੀ ਲੱਗੀ ਕਿੰਨੀ ਔਖੀ ਹੁੰਦੀ ਆ, ਤੇ ਬਾਹਰ ਹਜ਼ਾਰਾਂ ਬੱਚਿਆਂ ਦੇ ਵਿੱਚ ਇਦਾਂ ਦੇ ਭੜਕਾਊ ਭਾਸ਼ਣ ਕੀ ਰੂਪ ਧਾਰਨ ਕਰ ਲੈਂਦੇ ਆ, ਪਤਾ ਤਾਂ ਉਹਨਾਂ ਨੂੰ ਹੈ ਹੀ ਆ। ਪਰ ਇਹਦੇ ਨਾਂ ਤੇ, ਲੜਾਈ ਦੇ ਨਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਔਰ ਹੋ ਰਹੀ ਆ, ਔਰ ਇਹ ਘਾਣ ਕਰੀ ਜਾ ਰਹੀ ਦੇਸ਼ ਦਾ। ਇਸ ਕਰਕੇ ਹੀ ਉਸ ਦੇਸ਼ ਦੇ ਵਿੱਚ ਇੱਕ ਬੱਚਾ ਹਾਈ ਸਕੂਲ ਕਰਨ ਤੋਂ ਬਾਅਦ ਆਪਣਾ ਰੁਖ ਦੂਜੇ ਦੇਸ਼ ਵੱਲ ਨੂੰ ਕਰ ਲੈਂਦਾ, ਜਦ ਕਿ ਉਸ ਬੱਚੇ ਨੇ ਕਈ ਤਾਂ ਬੱਚੇ ਵਿਚਾਰੇ ਪੰਜਾਬ ਤੋਂ ਦਿੱਲੀ ਨਹੀਂ ਜਾਂਦੇ ਗਏ ਹੁੰਦੇ, ਪਰ ਹਾਂ ਉਹ ਇੱਕ ਕੈਨੇਡਾ ਦੀ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਵੀ ਹੋਰ ਕੰਟਰੀ ਦੇ ਵਿੱਚ ਜਿੱਥੇ ਮਿਲਦਾ, ਉਹਨਾਂ ਯੂਨੀਵਰਸਿਟੀਆਂ ਦੀ ਭਾਲ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉਹ ਆਪਣਾ ਭਵਿੱਖ ਦੇਖਦੇ ਆ, ਜਿੱਥੇ ਕਿ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਪੈਂਦਾ ਧਰਮਾਂ ਦਾ। ਤੁਸੀਂ ਵੀ ਇਸ ਦੇਸ਼ਾਂ ਦੇ ਵਿੱਚ ਰਹਿ ਕੇ ਇੰਨੇ ਸਾਲਾਂ ਤੋਂ ਦੇਖਿਆ ਹੋਣਾ, ਚਾਹੇ ਗੁਰਦੁਆਰਾ ਹੋਵੇ, ਚਾਹੇ ਮੰਦਿਰ, ਚਾਹੇ ਮਸਜਿਦ, ਮਸਜਿਦ ਵਾ, ਸਭ ਦੇ ਵਿੱਚ ਲੋਕ ਜਾ ਕੇ ਆਪਣੇ ਪ੍ਰਾਰਥਨਾ ਕਰਦੇ ਆ, ਆਪਣੇ ਮਾਲਕ ਨੂੰ ਧਿਆਉਂਦੇ ਆ, ਮੰਨਦੇ ਆ।
ਪਰ ਇਦਾਂ ਨਹੀਂ ਸੜਕਾਂ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਰੌਲਾ ਪਾਇਆ ਜਾਂਦਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਰੋਸਾ ਕਰਨਾ ਆ, ਉਹਦੀ ਆਗਿਆ ਲਈ ਜਾਂਦੀ ਆ, ਪਰਮਿਟ ਲਏ ਜਾਂਦੇ ਆ, ਤਾਂ ਕਿ ਅਸੀਂ ਉਹਨਾਂ ਕੀ ਕਰਨ ਦਿੱਤਾ ਜਾਂਦਾ ਕਿ ਇੱਥੋਂ ਦੀਆਂ ਸਰਕਾਰਾਂ ਵੀ ਨਹੀਂ ਇਹਦੇ ਹੱਕ ਵਿੱਚ ਕਿ ਤੁਸੀਂ ਆਣ ਕੇ ਕਰੋ। ਜੇ ਤੁਸੀਂ ਨਹੀਂ ਰੋਕੋਗੇ ਤੇ ਉਹ ਸਖਤ ਉਹਦੇ ਉੱਤੇ ਕਾਰਵਾਈ ਕਰਦੀਆਂ ਤੇ ਉਹਨਾਂ ਨੂੰ ਗੱਲ ਕਰਕੇ ਦੱਸਿਆ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਜੇ ਦੇਸ਼ ਦੇ ਵਿੱਚ ਇਦਾਂ ਹੋਵੇ ਤੇ ਬਹੁਤ ਬੱਚੇ ਜਿਹੜੇ ਨਹੀਂ ਬਾਹਰਲੇ ਦੇਸ਼ਾਂ ਨੂੰ ਜਾ ਸਕਦੇ, ਕਮ ਸੇ ਕਮ ਉਹਨਾਂ ਦਾ ਜਿਹੜਾ ਰਹਿਣਾ ਆ ਉਹ ਤਾਂ ਸੁਰੱਖਿਅਤ ਤੇ ਇੱਕ ਕਹਿੰਦੇ ਹੁੰਦੇ ਆ ਵੀ ਸੁਖਮਈ ਬਣਾ ਸਕੀਏ। ਅਸੀਂ ਕੁਝ ਹੋਰ ਨਹੀਂ ਦੇ ਸਕਦੇ, ਉਹਨਾਂ ਦੇ ਰਸਤੇ ਤਾਂ ਕਮ ਸੇ ਕਮ ਕੰਢੇ ਨਾ ਖਿਲਾਰੀਏ, ਉਹਨਾਂ ਦੇ ਰਸਤੇ ਸਾਫ਼ ਰੱਖੀਏ। ਜੀ ਵੀਰ ਜੀ, ਚਲੋ ਇਹਦਾ ਹੱਲ ਤਾਂ ਮੈਨੂੰ ਲੱਗਦਾ ਵੇ ਜੀ ਦਿਸਦਾ ਨਹੀਂ ਹੈਗਾ, ਕਿਉਂਕਿ ਜਦੋਂ ਸਿਕਿਉਰਿਟੀ ਮਿਲ ਜਾਂਦੀ ਆ ਉਹਦੇ ਪਿੱਛੇ ਕੋਈ ਹੱਲ ਨਹੀਂ ਹੈਗਾ ਕਿ ਉਹ ਉਹਦੇ ਪਿੱਛੇ ਜਿਹੜਾ ਉਹਨੂੰ ਦੇ ਰਿਹਾ, ਜਾਂ ਤਾਂ ਇਦਾਂ ਦੇ ਲੋਕ ਜੋ ਕਰਦੇ ਆ ਉਹਨੂੰ ਸਿਕਿਉਰਿਟੀ ਨਾ ਮਿਲੇ, ਕੋਈ ਵੀ ਨਹੀਂ ਬੋਲ ਸਕਦਾ ਹੈਗਾ। ਸਿਰਫ ਉਹਨਾਂ ਦੇ ਬੋਲਣ ਦਾ ਕਾਰਨ ਆ ਵੀ ਸਿਕਿਉਰਿਟੀ ਮਿਲ ਜਾਣੀ ਆ ਤੇ ਸਾਨੂੰ ਕਿਸੇ ਦਾ ਫਿਰ ਡਰ ਨਹੀਂ ਹੈਗਾ, ਸਿਰਫ ਇਹੀ ਕਾਰਨ ਆ। ਮੈਂ ਇਹ ਕਹਿੰਦਾ ਫਿਰ ਉਹ ਆਪਣੇ ਆਪ 'ਚ ਹੀ ਲੋਕ ਆ ਨਾ ਇਦਾਂ ਦੇ, ਫਿਰ ਉਹ ਕਿਸੇ ਦਾ ਨਹੀਂ ਫਾਇਦਾ ਸੋਚਦੇ। ਤੇ ਅਸੀਂ ਜੇ ਕੋਈ ਮੈਂ ਤਾਂ ਇਹ ਕਹੂੰਗਾ ਵੀ ਜੇ ਆਪਾਂ ਹੀ ਉਹਨਾਂ ਨੂੰ ਇਸ ਬੰਦਿਆਂ ਨੂੰ ਫੋਲੋ ਨਾ ਕਰੀਏ, ਜੇ ਕੋਈ ਕਰਦਾ ਆ ਤੇ ਸਾਡੇ ਵਿੱਚ ਵੀ ਕੁਝ ਕੁ ਐਸੇ ਸ਼ਖਸੀਅਤਾਂ ਉੱਠ ਕੇ ਆਪੂ ਇੱਕ ਛੋਟੇ ਕੇਂਦਰਾਂ ਦੇ ਵਿੱਚ ਜਾ ਕੇ ਸਿਖਾਇਆ ਜਾਵੇ ਕਿ ਬੱਚਿਆਂ ਨੂੰ ਕੋਈ ਚੰਗੀ ਅਸਲੀਅਤ ਚੰਗਾਈ ਪਾਸੇ ਲਾਇਆ ਜਾਓ, ਕਿਉਂਕਿ ਇਹਨਾਂ ਬੰਦਿਆਂ ਨੇ ਪ੍ਰਚਾਰ ਕਰਨਾ ਹਟਣਾ ਨਹੀਂਗਾ ਤੇ ਉਹਦਾ ਗਲਤ ਅਸਰ ਤਾਂ ਇਦਾਂ ਹੀ ਆ। ਫਿਰ ਹੋ ਸਕਦਾ ਕਿ ਇਹਨਾਂ ਬੰਦਿਆਂ ਨੇ ਸਿਕਿਉਰਿਟੀਆਂ ਔਰ ਪਿੱਛੇ ਬਹੁਤ ਵੱਡੀ ਬੈਕਗ੍ਰਾਉਂਡ ਸੋਲਿਡ ਹੁੰਦੀ ਆ, ਉਹ ਆਪਣੇ ਤੱਕ ਹੀ ਸੀਮਤ ਆ, ਉਹਨਾਂ ਨੂੰ ਕਿਸੇ ਹੋਰ ਦੇ ਨਾਲ ਕੋਈ ਨਹੀਂ, ਕਿਸੇ ਦੀ ਜ਼ਿੰਦਗੀ ਨੂੰ ਕਿੰਨਾ ਵੀ ਹੁੰਦਾ। ਤੇ ਬੜੀ ਤੁਸੀਂ ਗੱਲ ਦੇਖੀ ਹੋਣੀ, ਛੋਟੇ ਹੁੰਦੇ ਵੀ ਦੇਖਿਆ ਸੀ ਕਿ ਅੱਜ ਦੇ ਜ਼ਮਾਨੇ ਜਾਂ ਪਹਿਲਾਂ ਵੀ ਕਿਹਾ ਗਿਆ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਤੇ ਸਾਨੂੰ ਜੇ ਭਵਿੱਖ ਦੇ ਕਰਨਾ, ਆਪਾਂ ਇਹਨਾਂ ਚੀਜ਼ਾਂ ਨੂੰ ਨਕਲ-ਅੰਦਾਜ਼ ਕਰੀਏ, ਅਸੀਂ ਆਪਣਾ ਭਵਿੱਖ ਜਿੱਥੇ ਤੱਕ ਜਿੰਨੀ ਪਹੁੰਚ ਉਹ ਕਰ ਸਕੀਏ, ਪਰ ਧਰਮ ਦੇ ਨਾਂ ਦੇ ਉੱਤੇ ਕਦੇ ਵੀ ਕਿਸੇ ਨੂੰ, ਕੋਈ ਵੀ ਧਰਮ ਦਾ ਉਹਦੇ ਵਿਰੁੱਧ ਕਰਦਾ, ਉਹਨੂੰ ਅਸੀਂ ਫੋਲੋ ਨਾ ਕਰੀਏ। ਅਸੀਂ ਇੱਕ ਸਿੱਖਿਆ ਲੈ ਕੇ ਜਿੰਨੀ ਵੀ ਕਰ ਸਕਦੇ ਹਾਂ, ਇੱਕ ਬਰਾਬਰਤਾ ਦੇ ਨਾਲ ਚੱਲੀਏ, ਤਾਈਓ ਸਾਡਾ ਅੱਗੇ ਕਹਿੰਦੇ बढ़त ਹੁੰਦੀ ਆ। ਬਰਾਬਰ ਨਾਲ ਚੱਲਾਂਗੇ ਤੇ ਅਸੀਂ ਜ਼ਰੂਰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਾਂਗੇ। ਤੇ ਪਰ ਇਦਾਂ ਦੀਆਂ ਚੀਜ਼ਾਂ ਫੋਲੋ ਕਰਕੇ ਅਸੀਂ ਉਹਨਾਂ ਦੇ ਨਾ ਗੁਲਾਮ ਬਣੀਏ, ਉਸ ਚੀਜ਼ ਚੋਂ ਨਿਕਲ ਕੇ ਇੱਕ ਜਿਹੜੀ 21ਵੀਂ ਸਦੀ ਹੈ ਉਹਦੇ ਅਕੋਰਡਿੰਗ ਚੱਲੀਏ, ਕਿਉਂਕਿ ਅੱਜ ਕੱਲ੍ਹ ਸਭ ਦੇ ਕੋਲ ਵੱਖਰੀਆਂ ਡਿਵਾਈਸਾਂ, ਤੁਹਾਨੂੰ ਪਤਾ ਸਾਰੀ ਤਰ੍ਹਾਂ ਟੈਕਨੋਲੋਜੀ ਹਰੇਕ ਬੱਚੇ, ਹਰੇਕ ਬੰਦੇ, ਬੀਬੀਆਂ ਦੇ ਹੱਥ ਵਿੱਚ ਸਭ ਦੇ ਹੈਗਾ। ਤੇ ਅਸੀਂ ਵਰਲਡ ਵਾਈਡ ਉਦਾਂ ਹੀ ਸਰਚਾਂ ਕਰ ਸਕਦੇ ਹਾਂ। ਸਾਨੂੰ ਪਤਾ, ਚੰਗੀਆਂ ਚੀਜ਼ਾਂ ਸਰਚ ਕਰੋ, ਚੰਗਾ ਪਤਾ ਕਰੋ, ਇਹਨਾਂ ਗੱਲਾਂ ਦੇ ਵਿੱਚੋਂ ਦਿਮਾਗ ਨੂੰ ਕੱਢੀਏ। ਅਗਰ ਕੋਈ ਸੋਸ਼ਲ ਮੀਡੀਆ ਤੇ ਹੁੰਦਾ ਵੀ ਆ ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਵੀ ਉਹ ਵੀਰ ਨੂੰ ਪ੍ਰਾਰਥਨਾ ਕਰ, ਉਹਨੂੰ ਰੱਖਿਆ ਜਾਵੇ, ਤਾਂ ਕਿ ਉਹਨਾਂ ਨੂੰ ਵੀ ਖੁਦ ਸ਼ਾਇਦ ਨਾ ਸਮਝ ਜਿਹੜੀ ਆ ਉਹ ਕਿ ਜਿਸ ਸ਼ਹਿ ਦੇ ਸਿਰ ਤੇ ਬੋਲ ਰਹੇ ਆ, ਉਹਨਾਂ ਨੂੰ ਲੱਗੇ, ਕਿਸੇ ਤਰ੍ਹਾਂ ਮਹਿਸੂਸ ਕਰਾਓ ਕਮੈਂਟਾਂ 'ਚ ਲਿਖ ਕੇ ਕਿ ਭਾਈ ਇਸ ਕੰਮ ਦੇ ਨਾਲ ਕੋਈ ਹੋਰ ਕੰਮ ਯੋਗਦਾਨ ਪਾ ਲਓ, ਜਿਹਦੇ ਨਾਲ ਦੇਸ਼ ਦੀ ਤੇ ਬੱਚਿਆਂ ਦੀ ਤਰੱਕੀ ਹੋਵੇ, ਨਾ ਕਿ ਉਹਨਾਂ ਦੀ ਜਾਨ ਦਾ ਖਤਰਾ ਤੇ ਗਰੀਬੀ ਨੂੰ ਹੋਰ ਗਰੀਬੀ ਵਧਾਓ। ਹਨਾ, ਤੁਸੀਂ ਕਰਨਾ ਤੇ ਕੋਈ ਚੰਗਾ ਕੰਮ ਕਰੋ। ਜੀ ਇਦਾਂ ਦੀਆਂ ਸੁਜੈਸ਼ਨਾਂ ਤੇ ਦੇ ਵੀਰ ਕੇ ਵੀ ਮੇਰਾ ਖਿਆਲ ਹੈ ਵੀ ਕੋਈ ਹੱਲ ਹੋ ਸਕਦਾ। ਜੀ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਤੇ ਦੋਸਤੋ, ਧੰਨਵਾਦ ਜੀ ਤੁਹਾਡਾ। ਅੱਜ ਦੀ ਜੋ ਗੱਲਬਾਤ ਸੀ ਜੀ, ਸਾਡੇ ਵੀਰ ਮਨਦੀਪ ਰਾਜ ਸ਼ਰਮਾ ਜੀ ਇੱਥੇ ਕੈਲੀਫੋਰਨੀਆ ਤੋਂ, ਤੇ ਇਹਨਾਂ ਦੇ ਵਿਚਾਰ ਸੀਗੇ ਜੋ ਸੂਰੀ ਹੈ ਵੀ ਇਹਨਾਂ ਦਾ ਕੀ ਪੁਆਇੰਟ ਆਫ ਵਿਊ ਆ, ਤੇ ਆਪਾਂ ਜਾਣਨਾ ਚਾਹੁੰਦੇ ਸੀਗੇ। ਤੇ ਆਪਾਂ ਤੁਹਾਨੂੰ ਨਾਲ ਅਗਲੇ ਹਫਤੇ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਆਵਾਂਗੇ। ਤਦ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।